हाँ जी दोस्तों, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਇਸਤਕਬਾਲ ਕਰਦੇ ਹਾਂ ਸਾਡੇ YouTube ਚੈਨਲ ਲੈਂਡ ਆਫ ਡ੍ਰੀਮਸ ਦੇ ਉੱਪਰ। ਦੋਸਤੋ, ਅਸੀਂ UGC ਨੈਟ ਦੇ ਨਾਲ ਰਿਲੇਟਡ MCQ ਦੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। UGC ਨੈਟ ਜਿਹੜਾ ਕਿ ਪਹਿਲੀ ਵਾਰ 1999-90 ਦੇ ਵਿੱਚ ਕੰਡਕਟ ਕੀਤਾ ਗਿਆ ਸੀ ਅਤੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਦਾ ਨੈਟ ਹੈ ਜਿਹੜਾ ਉਹ 2004 ਦੇ ਵਿੱਚ ਕੰਡਕਟ ਕੀਤਾ ਗਿਆ ਸੀ। ਤਾਂ ਦੋਸਤੋ, ਸਾਡੀ ਕੋਸ਼ਿਸ਼ ਰਹੇਗੀ ਕਿ 2004 ਤੋਂ 2023 ਤੱਕ ਜਿੰਨੇ ਵੀ UGC ਨੈਟ, CBSE ਨੈਟ ਜਾਂ NTA ਨੈਟ ਦੇ ਪੇਪਰ ਹੋਏ ਨੇ ਉਹਨਾਂ ਸਾਰਿਆਂ ਨੂੰ ਇੱਕ ਸੀਰੀਜ਼ ਦੇ ਵਿੱਚ ਐਕਸਪਲੇਨ ਕੀਤਾ ਜਾਵੇ। ਅਤੇ ਦੂਸਰੀ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਜਿਹੜੇ ਟੌਪਿਕ UGC ਨੈਟ ਅਤੇ PSTET ਦੇ ਸੇਮ ਨੇ ਤਾਂ ਉਹਨਾਂ ਨੂੰ MCQ ਦੇ ਵਿੱਚ ਕੋਰਿਲੇਟ ਕਰਕੇ ਸਮਝਿਆ ਜਾ ਸਕੇ। ਤਾਂ ਆਓ ਦੋਸਤੋ, ਅਸੀਂ ਪਹਿਲਾ ਜਿਹੜਾ UGC ਨੈਟ ਦਾ ਪੇਪਰ ਹੈ ਉਹ ਪੜ੍ਹਨਾ ਸ਼ੁਰੂ ਕਰਦੇ ਹਾਂ। ਤਾਂ ਇਹਦੇ 'ਚ ਸਭ ਤੋਂ ਫਸਟ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਗਿਆ, ਦਾ ਓਲੰਪਿਕ ਗੇਮਸ ਆਰ ਅ ਲੀਗੇਸੀ ਆਫ ਦ ਗੋਲਡਨ ਪਾਸਟ ਸਿਵਲਾਈਜੇਸ਼ਨ ਆਫ, ਕਿ ਜਿਹੜੀਆਂ ਸਾਡੀਆਂ ਓਲੰਪਿਕ ਗੇਮਸ ਨੇ ਉਹ ਪੁਰਾਣੀਆਂ ਵਿਰਾਸਤ ਨੇ ਸਾਡੀਆਂ, ਉਹ ਕਿਹੜੇ ਦੇਸ਼ ਦੇ ਨਾਲ ਸੰਬੰਧ ਰੱਖਦੀਆਂ ਨੇ। ਤਾਂ ਦੋਸਤੋ, ਪਹਿਲਾਂ ਥੋੜ੍ਹਾ ਜਿਹਾ ਇੱਥੇ ਆਪਾਂ ਓਲੰਪਿਕ ਗੇਮਸ ਬਾਰੇ ਦੇਖ ਲਈਏ ਕਿ ਓਲੰਪਿਕ ਗੇਮਸ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਬੇਸਿਕਲੀ ਦੋ ਭਾਗਾਂ 'ਚ ਡਿਵਾਈਡ ਕਰ ਸਕਦੇ ਹਾਂ। ਇੱਕ ਏਂਸ਼ੀਅੰਟ ਓਲੰਪਿਕਸ ਨੇ ਅਤੇ ਇੱਕ ਮਾਡਰਨ ਓਲੰਪਿਕਸ ਨੇ। ਏਂਸ਼ੀਅੰਟ ਓਲੰਪਿਕਸ ਨੇ ਜਿਹੜੀਆਂ ਉਹ ਇੱਕ ਗ੍ਰੀਸ ਦਾ ਦੇਵਤਾ ਸੀ ਜਿਊਸ, ਜਿਹਦੀ ਯਾਦ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸੀ। ਤਾਂ ਓਲੰਪਿਕ ਗੇਮਸ ਇਹਨਾਂ ਦਾ ਨਾਮ ਤਾਂ ਰੱਖਿਆ ਗਿਆ ਕਿਉਂਕਿ ਇਹ ਓਲੰਪੀਆ ਦੇ ਵਿੱਚ ਸਟਾਰਟ ਹੋਈਆਂ ਸੀ। ਤਾਂ 776 BC ਦੇ ਵਿੱਚ ਇਹ ਏਂਸ਼ੀਅੰਟ ਓਲੰਪਿਕ ਗੇਮਸ ਸੀ ਜਿਹੜੀਆਂ ਸਟਾਰਟ ਹੋਈਆਂ ਅਤੇ 394 AD ਦੇ ਵਿੱਚ ਇਹਨੂੰ ਥਿਓਡੋਸੀਅਸ I ਨੇ ਬੈਨ ਕਰਤਾ ਸੀਗਾ, ਇਹਨਾਂ ਦੇ ਉੱਪਰ ਬੈਨ ਲਗਾਤਾ ਸੀ। ਤਾਂ ਮਾਡਰਨ ਜਿਹੜੀਆਂ ਓਲੰਪਿਕ ਗੇਮਸ ਨੇ ਇਹ ਫਿਰ 1896 AD ਦੇ ਵਿੱਚ ਦੁਬਾਰਾ ਰਿਵਾਈਵ ਹੁੰਦੀਆਂ ਨੇ। ਤਾਂ ਪੀਅਰ ਪੈਰਨ ਡੀ ਕੋਵਰਟਨ ਹੈ ਜਿਹੜਾ ਉਹ ਕੋਸ਼ਿਸ਼ਾਂ ਕਰਦਾ ਹੈ, ਉਹਨਾਂ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਰੰਗ ਲੈ ਕੇ ਆਉਂਦੀਆਂ ਨੇ ਅਤੇ ਪਹਿਲੀ ਵਾਰ ਦੁਬਾਰਾ ਫਿਰ ਏਥਨਸ ਦੇ ਵਿੱਚ 1896 ਦੇ ਵਿੱਚ ਮਾਡਰਨ ਓਲੰਪਿਕ ਗੇਮਸ ਨੇ ਜਿਹੜੀਆਂ ਉਹ ਕਰਵਾਈਆਂ ਜਾਂਦੀਆਂ ਨੇ। ਤਾਂ ਇਹਦੇ ਵਿੱਚ ਪੁੱਛਿਆ ਗਿਆ ਕਿ ਇਹ ਗੇਮਸ ਨੇ ਜਿਹੜੀਆਂ ਕਿੱਥੋਂ ਸ਼ੁਰੂ ਹੋਈਆਂ ਜਾਂ ਕਿੱਥੋਂ ਦੀ ਇਹ ਵਿਰਾਸਤ ਨੇ। ਤਾਂ ਇਹ ਗ੍ਰੀਕ ਦੇ ਵਿੱਚੋਂ, ਗ੍ਰੀਕ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਯੂਨਾਨ ਵੀ ਕਹਿ ਦਿੰਦੇ ਹਾਂ, ਤਾਂ ਉੱਥੋਂ ਜਿਹੜੀਆਂ ਇਹ ਗੇਮਸ ਨੇ ਉਹ ਸਟਾਰਟ ਹੋਈਆਂ ਸੀ। ਐਥਲੀਟ ਵਰਡ ਹੈ ਜਿਹੜਾ ਇਹਦੀ ਓਰੀਜੀਨੇਸ਼ਨ ਕਿੱਥੋਂ ਹੈ, ਤਾਂ ਸੇ ਵੀ ਹੈ ਕਿ ਜੇਕਰ ਓਲੰਪਿਕ ਗੇਮਸ ਨੇ ਜਿਹੜੀਆਂ, ਤਾਂ ਓਲੰਪਿਕ ਗੇਮਸ ਜੇਕਰ ਸ਼ੁਰੂ ਹੋਈਆਂ ਨੇ ਸਾਡੀਆਂ ਗ੍ਰੀਸ ਤੋਂ, ਤਾਂ ਐਥਲੀਟ ਵਰਡ ਹੈ ਜਿਹੜਾ ਉਹ ਵੀ ਓਰੀਜਨੇਟ ਹੋਇਆ ਸਾਡਾ ਗ੍ਰੀਸ ਦੇ ਵਿੱਚੋਂ। ਅਤੇ ਗ੍ਰੀਸ ਦਾ ਇੱਥੇ ਨਾਮ ਹੈਗਾ ਇੱਕ ਸ਼ਹਿਰ ਦਾ ਏਥਨਸ। ਏਥਨਸ ਐਂਡ ਸਪਾਰਟਾ ਦੋ ਉੱਥੋਂ ਦੇ ਸ਼ਹਿਰ ਸੀਗੇ ਜਾਂ ਰਾਜ ਸੀਗੇ। ਤਾਂ ਉੱਥੋਂ ਦਾ ਇੱਕ ਰਾਜ ਸੀ ਏਥਨਸ ਜਿੱਥੋਂ ਐਥਲੀਟ ਵਰਡ ਹੈ ਜਿਹੜਾ ਓਰੀਜਨੇਟ ਹੋਇਆ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਓਲੰਪਿਕ ਗੇਮਸ 2008 ਦੀਆਂ ਕਿੱਥੇ ਹੋਈਆਂ? ਤਾਂ 2008 ਦੀਆਂ ਓਲੰਪਿਕ ਗੇਮਸ ਸੀ ਜਿਹੜੀਆਂ ਉਹ ਏਥਨਸ ਦੇ ਵਿੱਚ ਕਰਾਈਆਂ ਗਈਆਂ। 1896 ਤੋਂ ਬਾਅਦ ਏਥਨਸ ਦੇ ਵਿੱਚ ਦੂਸਰੀ ਵਾਰ ਹੈ ਜਿਹੜੀਆਂ ਉਹ ਹੋਈਆਂ ਸੀ 2004 ਦੇ ਵਿੱਚ, ਪਰ 2008 ਦੇ ਵਿੱਚ ਕੁਐਸਚਨ ਪੁੱਛਿਆ ਗਿਆ ਤਾਂ ਬੀਜਿੰਗ ਦੇ ਵਿੱਚ ਹੋਈਆਂ ਸੀਗੀਆਂ। 2012 ਦੀਆਂ ਲੰਡਨ ਅਤੇ 16 ਦੀਆਂ ਸਾਡੀਆਂ ਰੀਓ ਡੇ ਜਨੇਰੀਓ, 20 ਵਾਲੀਆਂ 21 'ਚ ਲੇਟੈਸਟ ਹੋ ਕੇ ਹਟੀਆਂ ਨੇ ਟੋਕੀਓ ਓਲੰਪਿਕਸ। ਬਾਰਸੀਲੋਨਾ ਦਿੱਤਾ ਹੋਇਆ ਇਸ ਦੇ ਵਿੱਚ, ਤਾਂ ਬਾਰਸੀਲੋਨਾ ਦੇ ਵਿੱਚ 1992 ਦੇ ਵਿੱਚ ਹੋਈਆਂ ਸੀ। ਨਿਊ ਦਿੱਲੀ ਦੇ ਵਿੱਚ ਅਜੇ ਤੱਕ ਕੋਈ ਵੀ ਓਲੰਪਿਕਸ ਨੇ ਜਿਹੜੀਆਂ ਉਹ ਨਹੀਂ ਹੋਈਆਂ। ਨੈਕਸਟ ਕੁਐਸਚਨ ਹੈ ਸਾਡਾ, ਐਕਸਲਰੇਟਡ ਫਿਜ਼ੀਕਲ ਗਰੋਥ ਇਜ਼ ਦਾ ਰਿਜ਼ਲਟ ਆਫ, ਕਿ ਜਿਹੜੀ ਸਾਡੀ ਸਰੀਰਕ ਵਾਧਾ ਹੈ ਜਿਹੜਾ, ਤਾਂ ਸਰੀਰਕ ਵਾਧੇ ਦੇ ਵਿੱਚ ਜਦੋਂ ਐਕਸਲਰੇਸ਼ਨ ਆਉਂਦਾ, ਜਦੋਂ ਵਾਧਾ ਹੋਣਾ ਸ਼ੁਰੂ ਹੁੰਦਾ ਤਾਂ ਉਹ ਰਿਜ਼ਲਟ ਕਿਹਦਾ ਹੁੰਦਾ ਹੈ? ਬਾਇਓਕੈਮੀਕਲ ਚੇਂਜ, ਹਾਰਮੋਨਲ ਚੇਂਜ ਅਤੇ ਜਾਂ ਫਿਰ ਮੈਟਾਬੋਲਿਕ ਚੇਂਜ। ਤਾਂ ਜਦੋਂ ਸਾਡੀ ਗਰੋਥ ਹੁੰਦੀ ਹੈ ਤਾਂ ਗਰੋਥ ਦੇ ਵਿੱਚ ਇਹ ਤਿੰਨੋਂ ਕੰਪੋਨੈਂਟ ਨੇ ਜਿਹੜੇ ਉਹ ਆਪਣਾ ਰੋਲ ਹੈ ਜਿਹੜਾ ਉਹ ਪਲੇ ਕਰਦੇ ਨੇ, ਬਾਇਓਕੈਮੀਕਲ ਵੀ, ਹਾਰਮੋਨਲ ਵੀ ਅਤੇ ਮੈਟਾਬੋਲਿਕ ਵੀ। ਤਾਂ ਇਹਦਾ ਆਨਸਰ ਆਊਗਾ ਆਨਸਰ ਡੀ, ਆਲ ਆਫ ਦਾ ਅਬਵ। ਨੈਕਸਟ ਕੁਐਸਚਨ ਹੈ ਜੀ, ਦਾ ਨੌਲੇਜ ਆਫ ਏਜ ਐਂਡ ਸੈਕਸ ਡਿਫਰੈਂਸ ਇਜ਼ ਇੰਪੋਰਟੈਂਟ। ਤਾਂ ਇਹ ਸਿੰਪਲ ਕੁਐਸਚਨ ਹੈ। ਏਜ ਅਤੇ ਸੈਕਸ ਦੀ ਸਾਨੂੰ ਜ਼ਰੂਰਤ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਿਉਂ ਪੈਂਦੀ ਹੈ?
क्योंकि मोस्ट ऑफ द एक्टिविटीज़ ने ਜਿਹੜੀਆਂ ਉਹ ਅਸੀਂ ਏਜ ਗਰੁੱਪ ਦੇ ਵਾਈਜ਼ ਕਰਾਉਣੀਆਂ, ਫੀਮੇਲਸ ਦੀ ਅੱਡ ਕਰਾਉਣੇ ਹਨ, ਤਾਂ ਇਹ ਸਿੰਪਲ ਹੈ ਕਿ ਤੁਸੀਂ ਆਪਣੇ ਅਕੋਰਡਿੰਗਲੀ ਆਨਸਰ ਦੇ ਸਕਦੇ ਹੋ। ਤਾਂ ਇਹਦਾ ਮੇਰਾ ਖਿਆਲ ਡੀ ਆਨਸਰ ਹੀ ਬਣ ਜਾਏਗਾ, ਕਿਉਂਕਿ ਫਿਜ਼ੀਕਲ ਐਕਟੀਵਿਟੀ ਪ੍ਰੋਗਰਾਮ ਜੇ ਤੁਸੀਂ ਸਟਰਕਚਰ ਕਰਨਾ ਤਾਂ ਵੀ ਤੁਹਾਨੂੰ ਏਜ ਤੇ ਜੈਂਡਰ ਦਾ ਧਿਆਨ ਰੱਖਣਾ ਪਏਗਾ। ਜੇਕਰ ਤੁਸੀਂ ਕੰਪੀਟੀਸ਼ਨ ਆਰਗੇਨਾਈਜ਼ ਕਰਨਾ ਤਾਂ ਵੀ ਸਾਨੂੰ ਧਿਆਨ ਰੱਖਣਾ ਪਏਗਾ। ਸੋਸ਼ਲ ਫੈਕਟਰ ਤੁਸੀਂ ਕੋਈ ਵੀ ਹੋਰ ਕੰਮ ਕਰਨਾ ਤਾਂ ਵੀ ਸਾਨੂੰ ਏਜ ਐਂਡ ਜਿਹੜਾ ਜੈਂਡਰ ਹੈ ਉਹ ਦੇਖਣਾ ਪਏਗਾ। ਤਾਂ ਇਹਦਾ ਆਨਸਰ ਆਲ ਆਫ ਦ ਅਬਵ ਆਏਗਾ। ਨੈਕਸਟ ਕੁਐਸਚਨ ਹੈਗਾ, ਹੈਲਥ ਐਜੂਕੇਸ਼ਨ ਇਜ਼ ਮਲਟੀ ਡਿਸਿਪਲਿਨਰੀ ਇਨ ਨੇਚਰ ਐਂਡ ਇਟਸ ਕੰਟੈਂਟ ਆਰ ਡਰਾਨ ਫਰੋਮ। ਤਾਂ ਜਿਹੜੀ ਸਿਹਤ ਸਿੱਖਿਆ ਹੈ, ਤਾਂ ਸਿਹਤ ਸਿੱਖਿਆ ਦਾ ਕਨਸੈਪਟ ਆਪਾਂ ਪਹਿਲਾਂ ਪੀਐਸ ਟੈਟ ਦੀ ਜਦੋਂ ਤਿਆਰੀ ਕਰਦੇ ਸੀ ਉਦੋਂ ਵੀ ਪੜ੍ਹਿਆ ਸੀਗਾ ਕਿ ਸਿਹਤ ਸਿੱਖਿਆ ਐਕਚੁਅਲ ਦੇ ਵਿੱਚ ਬੜਾ ਵੱਡਾ ਉਪਰਾਲਾ ਸੀ। WHO ਜਿਹੜਾ 7 ਅਪ੍ਰੈਲ 1948 ਦੇ ਵਿੱਚ ਮੁੱਢ ਬੰਨ੍ਹਿਆ ਗਿਆ ਜਿਹਦਾ, ਤਾਂ ਉਹ ਤੋਂ ਬਾਅਦ ਕਿਤੇ ਨਾ ਕਿਤੇ ਸਾਰਿਆਂ ਦੀ ਸਿਹਤ ਹੈ ਜਿਹੜੀ ਪੂਰੇ ਵਿਸ਼ਵ ਦੀ ਉੱਪਰ ਚੁੱਕਣ ਦੇ ਉਪਰਾਲੇ ਸ਼ੁਰੂ ਹੁੰਦੇ ਨੇ। ਤਾਂ ਹੈਲਥ ਐਜੂਕੇਸ਼ਨ ਦੀ ਇੱਕ ਨਵੀਂ ਡਾਇਮੈਂਸ਼ਨ ਆਉਂਦੀ ਆ। ਤਾਂ ਇਹ ਡਾਇਮੈਂਸ਼ਨ ਦਾ ਪੁੱਛਿਆ ਗਿਆ ਕਿ ਨੇਚਰ ਕਿਹੜਾ ਅਤੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਇਨਕਲੂਡ ਨੇ ਹੈਲਥ ਐਜੂਕੇਸ਼ਨ ਦੇ ਵਿੱਚ। ਤਾਂ ਇਹਦੇ ਵਿੱਚ ਬਾਇਓਲੋਜੀਕਲ ਸਾਇੰਸ, ਮੈਡੀਕਲ ਸਾਇੰਸ, ਬਿਹੇਵੀਅਰਲ ਸਾਇੰਸ, ਤਾਂ ਤਿੰਨੋਂ ਪਾਰਟ ਨੇ ਜਿਹੜੇ ਇਨਵੋਲਵ ਕੀਤੇ ਗਏ ਨੇ ਹੈਲਥ ਐਜੂਕੇਸ਼ਨ ਦੇ ਵਿੱਚ WHO ਦੇ ਦੁਆਰਾ। ਅਗਲਾ ਕੁਐਸਚਨ ਹੈ ਸਾਡਾ, ਦਾ ਡਾਇਰੈਕਟ ਸੋਰਸ ਆਫ ਐਨਰਜੀ ਫॉर ਮਸਕੂਲਰ ਕੰਟਰੈਕਸ਼ਨ। ਤਾਂ ਸਾਡਾ ਮਸਲ ਹੈ ਜਿਹੜਾ ਉਹ ਕੰਟਰੈਕਟ ਕਰਦਾ ਹੈ, ਉਹਦੇ ਕੰਟਰੈਕਟ ਕਰਨ ਲਈ ਡਾਇਰੈਕਟਲੀ ਐਨਰਜੀ ਸਾਨੂੰ ਕਿਸ ਤੋਂ ਮਿਲਦੀ ਹੈ, ਇਨਸਟੈਂਟ ਐਨਰਜੀ ਕਿਸ ਤੋਂ ਮਿਲਦੀ ਹੈ। ਤਾਂ ਇਹਦਾ ਆਨਸਰ ਹੋਏਗਾ ਜੀ ਏ, ਗਲੂਕੋਜ਼। ਤਾਂ ਗਲੂਕੋਜ਼ ਹੈ ਜਿਹੜਾ ਇਹ ਇਨਸਟੈਂਟ ਸੋਰਸ ਆਫ ਐਨਰਜੀ ਹੈ ਜਾਂ ਡਾਇਰੈਕਟ ਸੋਰਸ ਆਫ ਐਨਰਜੀ ਹੈ। ਨੈਕਸਟ ਕੁਐਸਚਨ ਸਾਡਾ ਹੈਗਾ ਜੀ, ਮਸਲਸ ਲੈਕਟਿਕ ਐਸਿਡ ਕੈਨ ਬੀ ਰਿਮੂਵਡ ਆਫਟਰ ਦਾ ਐਕਸਰਸਾਈਜ਼ ਵਿਦਿਨ। ਕਿ ਜਦੋਂ ਵੀ ਅਸੀਂ ਕੋਈ ਵਰਕ ਕਰਦੇ ਹਾਂ ਤਾਂ ਵਰਕ ਕਰਨ ਤੋਂ ਬਾਅਦ ਸਾਨੂੰ ਥਕਾਵਟ ਆਉਂਦੀ ਹੈ, ਤਾਂ ਥਕਾਵਟ ਦੀ ਜਿਹੜਾ ਕਾਰਨ ਹੁੰਦਾ ਉਹ ਸਾਡਾ ਲੈਕਟਿਕ ਐਸਿਡ ਹੁੰਦਾ। ਤਾਂ ਮੋਸਟ ਜਿਹੜੀਆਂ ਸਾਡੀਆਂ ਐਨਾਰੋਬਿਕ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਲੈਕਟਿਕ ਐਸਿਡ ਦੀ ਫਾਰਮੇਸ਼ਨ ਹੁੰਦੀ ਹੈ। ਤਾਂ ਇਹਦੇ ਸਵਾਲ ਪੁੱਛਿਆ ਗਿਆ ਕਿ ਲੈਕਟਿਕ ਐਸਿਡ ਬਾਡੀ ਦੇ ਵਿੱਚੋਂ ਰਿਮੂਵ ਕਦੋਂ, ਕਿੰਨੇ ਟਾਈਮ ਬਾਅਦ ਹੋ ਜਾਂਦਾ। ਤਾਂ ਮੋਸਟ ਆਫ ਦਾ ਜਿਹੜਾ ਲੈਕਟਿਕ ਐਸਿਡ ਹੈ ਸਾਡੇ ਸਰੀਰ ਦੇ ਵਿੱਚ ਉਹ ਲਗਭਗ 15 ਤੋਂ 20 ਮਿੰਟ ਦੇ ਵਿੱਚ ਰਿਮੂਵ ਹੋਣਾ ਸ਼ੁਰੂ ਹੋ ਜਾਂਦਾ, ਜਾਂ ਜ਼ਿਆਦਾਤਰ ਭਾਗ ਹੈ ਜਿਹੜਾ ਲੈਕਟਿਕ ਐਸਿਡ ਦਾ ਉਹ ਰਿਮੂਵ ਹੋ ਜਾਂਦਾ। ਨੈਕਸਟ ਕੁਐਸਚਨ ਹੈ ਸਾਡਾ, ਲਿਸਟਾਂ ਦਿੱਤੀਆਂ ਹੋਈਆਂ ਨੇ ਸਾਨੂੰ ਦੋ, ਉਹਨਾਂ ਨੂੰ ਆਪਸ ਦੇ ਵਿੱਚ ਮੈਚ ਕਰਨਾ ਹੈ। ਤਾਂ ਇਹ ਸਾਡੇ ਪੀਐਸ ਟੈਟ ਦੇ ਨਾਲ ਵੀ ਕੁਐਸਚਨ ਹੈ ਜਿਹੜਾ ਸੰਬੰਧਿਤ ਹੈ। ਤਾਂ ਪਹਿਲਾਂ ਦਿੱਤਾ ਇਹਨਾਂ ਨੇ ਐਸੋਫੈਗਸ। ਐਸੋਫੈਗਸ ਹੈ ਜਿਹੜਾ, ਇਹਨੂੰ ਅਸੀਂ ਫੂਡ ਪਾਈਪ ਵੀ ਕਹਿ ਸਕਦੇ ਹਾਂ। ਤਾਂ ਫੂਡ ਪਾਈਪ ਦਾ ਸੰਬੰਧ ਹੈ ਜਿਹੜਾ ਕਿਹਦੇ ਨਾਲ ਹੋਏਗਾ, ਸਾਡੇ ਡਾਈਜੈਸਟਿਵ ਸਿਸਟਮ ਦੇ ਨਾਲ ਹੋਏਗਾ। ਬੀ ਦੇ ਵਿੱਚ ਇਹਨਾਂ ਨੇ ਦਿੱਤਾ ਫੈਰਿਕਸ। ਤਾਂ ਫੈਰਿਕਸ ਹੈ ਜਿਹੜਾ ਜਿਹਨੂੰ ਅਸੀਂ ਸੰਘ ਕਹਿੰਦੇ ਹਾਂ, ਤਾਂ ਸੰਘ ਸਾਡੀ ਸਾਹ ਪ੍ਰਣਾਲੀ ਦਾ ਭਾਗ ਹੈ, ਯਾਨੀ ਕਿ ਰੈਸਪੀਰੇਟਰੀ ਸਿਸਟਮ ਦਾ। ਤੀਸਰਾ ਸੀ ਦਿੱਤੀ ਹੈ ਸੈਰੀਬੈਲਮ। ਸੈਰੀਬੈਲਮ ਹੈ ਜਿਹੜਾ ਸਾਡਾ ਬ੍ਰੇਨ, ਹਿੰਡ ਬ੍ਰੇਨ ਹੈ ਜਿਹੜਾ ਸਾਡੇ ਬ੍ਰੇਨ ਦੇ, ਅਸੀਂ ਪਹਿਲਾਂ ਵੀ ਪੜ੍ਹਿਆ ਸੀਗਾ ਕਿ 3 ਭਾਗ ਨੇ, ਫੋਰ ਬ੍ਰੇਨ ਹੈਗਾ, ਮਿਡ ਬ੍ਰੇਨ ਹੈਗਾ ਤੇ ਹਿੰਡ ਬ੍ਰੇਨ ਹੈ। ਤਾਂ ਜਿਹੜਾ ਸਾਡਾ ਹਿੰਡ ਬ੍ਰੇਨ ਹੈ ਉਸ ਦਾ ਇੱਕ ਪਾਰਟ ਹੈ ਸੈਰੀਬੈਲਮ, ਯਾਨੀ ਕਿ ਸਾਡੇ ਨਰਵਸ ਸਿਸਟਮ ਦਾ ਪਾਰਟ ਹੈ। ਕੈਪੀਲਰੀਜ਼ ਅਸੀਂ ਪੜ੍ਹਿਆ ਸੀਗਾ ਕਿ ਸਾਡਾ ਜਿਹੜਾ ਸਰਕੂਲੇਟਰੀ ਸਿਸਟਮ ਹੈ ਤਾਂ ਉਸ ਦੇ ਵਿੱਚ ਹਾਰਟ ਹੈਗਾ ਸਾਡਾ, ਆਰਟਰੀਜ਼ ਨੇ, ਵੇਨਸ ਨੇ ਐਂਡ ਕੈਪੀਲਰੀਜ਼ ਨੇ। ਤਾਂ ਇਹ ਸਾਡੇ ਸਰਕੂਲੇਟਰੀ ਸਿਸਟਮ ਦਾ ਭਾਗ ਨੇ। ਨੈਕਸਟ ਕੁਐਸਚਨ ਸਾਡਾ ਹੈਗਾ, ਇਹ 'ਚ ਵੀ ਦੋ ਲਿਸਟਾਂ ਦਿੱਤੀਆਂ ਹੋਈਆਂ ਨੇ ਸਾਨੂੰ, ਤਾਂ ਜਿਹੜੀਆਂ ਲਿਸਟਸ ਨੇ ਉਹਨਾਂ ਨੂੰ ਮੈਚ ਕਰਨਾ ਹੈ। ਸੁਪੀਨੇਸ਼ਨ, ਤਾਂ ਇਹ ਕੁਐਸਚਨ ਹੈਗਾ ਸਾਡੀ ਬੋਡੀ ਦੀਆਂ ਮੂਵਮੈਂਟਸ ਦੇ ਨਾਲ ਰਿਲੇਟਡ, ਤਾਂ ਇਹ ਵੀ ਸਾਡੇ ਪੀਐਸ ਟੈਟ ਦੇ ਸਿਲੇਬਸ ਦਾ ਵੀ ਹਿੱਸਾ ਹੈ। ਸੁਪੀਨੇਸ਼ਨ ਹੈ ਜਿਹੜੀ, ਸੁਪੀਨੇਸ਼ਨ ਦਾ ਅਰਥ ਹੈ ਸਾਡੇ ਹੱਥ ਦੀ ਮੂਵਮੈਂਟ ਹੈ, ਯਾਨੀ ਕਿ ਜਦੋਂ ਸਾਡੀ ਪਾਮ ਹੈ ਜਿਹੜੀ ਹਥੇਲੀ ਹੈ ਉਹ ਅਸਮਾਨ ਵੱਲ ਦੇਖੇਗੀ ਉਹਨੂੰ ਅਸੀਂ ਬੋਲਾਂਗੇ ਸੁਪੀਨੇਸ਼ਨ। ਪ੍ਰੋਨੇਸ਼ਨ, ਸੁਪੀਨੇਸ਼ਨ ਨੂੰ ਤੁਸੀਂ ਸ਼ਾਰਟਕਟ ਯਾਦ ਕਰ ਸਕਦੇ ਹੋ ਕਿ ਸਿੱਧਾ ਹੱਥ। ਪ੍ਰੋਨੇਸ਼ਨ ਮੀਨਸ ਪੁੱਠਾ ਹੱਥ ਕਹਿ ਸਕਦੇ ਹੋ। ਪ੍ਰੋਨੇਸ਼ਨ ਜਦੋਂ ਤੁਹਾਡੀ ਪਾਮ ਹੈ ਜਾਂ ਹਥੇਲੀ ਹੈ ਜਿਹੜੀ ਉਹ ਡਾਊਨਵਰਡ ਫੇਸ ਕਰੇਗੀ, ਧਰਤੀ ਦੇ ਵੱਲ ਦੇਖੇਗੀ। ਅਬਡਕਸ਼ਨ, ਜਦੋਂ ਤੁਹਾਡੀ ਬਾਡੀ ਦਾ ਕੋਈ ਪਾਰਟ ਹੈ ਜਿਹੜਾ ਉਹ ਤੁਹਾਡੀ ਮਿਡ ਲਾਈਨ ਤੋਂ ਬਾਹਰ ਨੂੰ ਜਾਊਗਾ। ਅਡਕਸ਼ਨ, ਜਦੋਂ ਬਾਹਰ ਗਿਆ ਪਾਰਟ ਹੈ ਜਿਹੜਾ ਮਿਡ ਲਾਈਨ ਤੋਂ ਦੂਰ ਗਿਆ ਪਾਰਟ ਹੈ ਉਹ ਤੁਹਾਡੀ ਬਾਡੀ ਦੇ ਵੱਲ ਨੂੰ, ਮਿਡ ਲਾਈਨ ਦੇ ਵੱਲ ਨੂੰ ਆਊਗਾ, ਤਾਂ ਉਹਨੂੰ ਅਸੀਂ ਬੋਲਾਂਗੇ ਅਡਕਸ਼ਨ। ਨੈਕਸਟ ਕੁਐਸਚਨ ਸਾਡਾ ਹੈਗਾ ਜੀ, ਇਹ 'ਚ ਵੀ ਦੋ ਲਿਸਟਾਂ ਦਿੱਤੀਆਂ ਹੋਈਆਂ ਨੇ।
ਡਬਲ ਫਾਲਟ ਹੈ ਜਿਹੜਾ, ਡਬਲ ਫਾਲਟ ਕਿੱਥੇ ਯੂਜ਼ ਹੁੰਦਾ? ਤਾਂ ਡਬਲ ਫਾਲਟ ਹੈ ਜਿਹੜਾ ਇਹ ਟੈਨਿਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਤਾਂ ਜਦੋਂ ਤੁਸੀਂ ਲਗਾਤਾਰ ਦੋ ਗਲਤ ਰੋਂਗ ਸਰਵਿਸ ਕਰਦੇ ਹੋ ਉਸ ਨੂੰ ਬੋਲਿਆ ਜਾਂਦਾ ਡਬਲ ਫਾਲਟ। ਸਕੂਪ ਵਰਡ ਹੈ ਜਿਹੜਾ ਉਹ ਹਾਕੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਤਾਂ ਜਦੋਂ ਤੁਸੀਂ ਬਾਲ ਨੂੰ ਹਵਾ ਦੇ ਵਿੱਚ ਜਿਹੜੀ ਹੈ ਉਛਾਲਦੇ ਹੋ ਵਿਦ ਦਾ ਹੈਲਪ ਆਫ ਹਾਕੀ ਸਟਿਕ ਤਾਂ ਉਹਨੂੰ ਸਕੂਪ ਬੋਲਿਆ ਜਾਂਦਾ ਹੈ। ਲੈਟ ਜਿਹੜੀ ਟਰਮ ਹੈ ਇਹ ਬੈਡਮਿੰਟਨ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਜਦੋਂ ਵੀ ਅਸੀਂ ਰੀਸਰਵ ਕਰਨਾ ਹੋਵੇ ਬੈਡਮਿੰਟਨ ਦੇ ਵਿੱਚ ਕਿਸੇ ਕਾਰਨ ਕਰਕੇ ਤਾਂ ਲੈਟ ਯੂਜ਼ ਕੀਤਾ ਜਾਂਦਾ ਹੈ। ਚੈੱਕਮੇਟ ਵਰਡ ਹੈ ਜਿਹੜਾ ਇਹ ਚੈਸ ਦੇ ਨਾਲ ਰਿਲੇਟਡ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, ਦੋ ਲਿਸਟਾਂ ਦਿੱਤੀਆਂ ਹੋਈਆਂ ਨੇ ਆਪਸ ਦੇ ਵਿੱਚ ਮੈਚ ਕਰਨਾ ਹੈ। ਤਾਂ ਸਟੈਡੀਓਮੀਟਰ ਹੈ ਜਿਹੜਾ, ਸਟੈਡੀਓਮੀਟਰ ਕਾਹਦੇ ਲਈ ਯੂਜ਼ ਕੀਤਾ ਜਾਂਦਾ? ਸਟੈਡੀਓਮੀਟਰ ਯੂਜ਼ ਕੀਤਾ ਜਾਂਦਾ ਸਾਡੀ ਸਟੈਂਡਿੰਗ ਹਾਈਟ ਨੂੰ ਮੇਜ਼ਰ ਕਰਨ ਦੇ ਲਈ। ਸਕਿਨਫੋਲਡ ਕੈਲੀਪਰ ਹੈ, ਕੈਲੀਪਰ ਬੀ ਹੈ, ਬੀ ਜਿਹੜੀ ਆਪਸ਼ਨ ਦਿੱਤੀ ਹੈ ਕੈਲੀਪਰ ਕਾਹਦੇ ਲਈ ਯੂਜ਼ ਕੀਤਾ ਜਾਂਦਾ? ਤਾਂ ਸਕਿਨਫੋਲਡ ਮੇਜ਼ਰਮੈਂਟਸ ਦੇ ਲਈ ਅਸੀਂ ਕੈਲੀਪਰ ਯੂਜ਼ ਕਰਦੇ ਹਾਂ। ਬੇਸਿਕਲੀ ਜਦੋਂ ਅਸੀਂ ਫੈਟ ਚੈੱਕ ਕਰਨੀ ਹੋਵੇ, ਫੈਟ ਦੀ ਥਿਕਨੈਸ, ਤਾਂ ਅਸੀਂ ਕੈਲੀਪਰ ਯੂਜ਼ ਕਰਦੇ ਹਾਂ। ਨੈਕਸਟ ਹੈਗਾ ਜੀ ਇਲੈਕਟ੍ਰੋਕਾਰਡੀਓਗ੍ਰਾਮ, ਇਹਨੂੰ ਅਸੀਂ ਸ਼ਾਰਟ ECG ਵੀ ਕਹਿ ਦਿੰਦੇ ਹਾਂ। ਤਾਂ ਇਹ ਸਾਡੇ ਕਾਰਡੀਅਕ ਸਾਈਕਲ ਨੂੰ ਜਾਣਨ ਦੇ ਵਿੱਚ ਹੈਲਪ ਕਰਦਾ। ਡੀ ਹੈਗਾ ਬਾਇਓਪਸੀ ਹੈ ਜਿਹੜਾ ਇਹ ਮਸਲ ਫਾਈਬਰ ਟੈਸਟਿੰਗ ਦੇ ਲਈ ਯੂਜ਼ ਕੀਤਾ ਜਾਂਦਾ। ਬਾਇਓਪਸੀ ਹੈ ਜਿਹੜੀ ਜਦੋਂ ਤੁਸੀਂ ਐਥਲੀਟ ਦਾ ਇੱਕ ਮਸਲ ਫਾਈਬਰ ਚੈੱਕ ਕਰਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉਹਦੇ ਵਿੱਚ ਰੈੱਡ ਮਸਲ ਫਾਈਬਰ ਜ਼ਿਆਦਾ ਨੇ ਅਤੇ ਜਾਂ ਫਿਰ ਸਲੋ ਮਸਲ ਫਾਈਬਰ ਜ਼ਿਆਦਾ ਨੇ, ਤਾਂ ਉਹਦੇ ਲਈ ਜਿਹੜਾ ਟੈਸਟ ਕੀਤਾ ਜਾਂਦਾ ਬਾਇਓਪਸੀ ਕੀਤਾ ਜਾਂਦਾ। ਇੱਕ ਟੈਸਟ ਆਟੋਪਸੀ ਕੀਤਾ ਜਾਂਦਾ, ਜਿਹੜਾ ਆਟੋਪਸੀ ਆ ਉਹ ਡੈੱਡ ਦੇ ਜਿਹੜੇ ਪੀਪਲ ਮਰ ਜਾਂਦੇ ਨੇ ਉਹਨਾਂ ਦੇ ਮਸਲ ਫਾਈਬਰ ਦੀ ਜੇਕਰ ਅਸੀਂ ਸਟੱਡੀ ਕਰੀਏ ਤਾਂ ਉਹਨੂੰ ਅਸੀਂ ਆਟੋਪਸੀ ਕਹਿੰਦੇ ਹਾਂ। ਬਾਇਓਪਸੀ ਹੈ ਜਿਹੜੀ ਇਹ ਬੇਸਿਕਲੀ ਲਿਵਿੰਗ ਵਿੰਗ ਦੀ ਜਿਹੜੀ ਹੈ ਸਟੱਡੀ ਹੈ, ਲਿਵਿੰਗ ਸੈੱਲ ਦੀ ਸਟੱਡੀ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, ਨੈਕਸਟ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸਾਨੂੰ ਕਿ ਵਾਈਟਲ ਕੈਪੈਸਿਟੀ ਹੈ ਜਿਹੜੀ, ਵਾਈਟਲ ਕੈਪੈਸਿਟੀ ਕੀ ਹੈ, ਮਿੰਟ ਵੈਂਟੀਲੇਸ਼ਨ ਕੀ ਹੈ, ਰੈਜ਼ੀਡੂਅਲ ਵੋਲੀਅਮ ਕੀ ਹੈ, ਟਾਈਡਲ, ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਅਸੀਂ ਮੈਚ ਕਰਨਾ। ਜੇਕਰ ਸਭ ਤੋਂ ਅਸੀਂ ਪਹਿਲਾਂ ਸਿੰਪਲ ਲਈਏ ਟਾਈਡਲ ਵੋਲੀਅਮ ਸਾਡਾ ਕੀ ਹੁੰਦਾ? ਜਿਹੜਾ ਅਸੀਂ ਨੋਰਮਲ ਜਿਹੜਾ ਸਾਹ ਲੈ ਰਹੇ ਹਾਂ, ਤੁਸੀਂ ਇਨਹੇਲ ਕਰ ਰਹੇ ਹੋ, ਨੋਰਮਲ ਐਕਸੇਲ ਕਰ ਰਹੇ ਹੋ, ਤਾਂ ਇਸ ਨੂੰ ਅਸੀਂ ਟਾਈਡਲ ਵੋਲੀਅਮ ਕਹਿੰਦੇ ਹਾਂ। ਤਾਂ ਸਾਹਮਣੇ ਆਪਸ਼ਨ ਦੇਖੋ, ਇਹਦੇ 'ਚ ਤੁਸੀਂ ਦੇਖੋ the amount of air we either exhale or inhale in one breath। ਇੱਕ ਸਾਹ ਦੇ ਵਿੱਚ ਅਸੀਂ ਜਿਹੜੀ ਕਿੰਨੀ ਹਵਾ ਅੰਦਰ ਲੈ ਕੇ ਗਏ, ਕਿੰਨੀ ਹਵਾ ਬਾਹਰ ਕੱਢੀ, ਉਸ ਨੂੰ ਅਸੀਂ ਬੋਲਦੇ ਹਾਂ ਟਾਈਡਲ ਵੋਲੀਅਮ। ਤੀਸਰੇ ਨਾਲ ਮੈਚ ਹੋਏਗਾ ਵਾਈਟਲ ਕੈਪੈਸਿਟੀ ਕੀ ਹੈ? ਇਹਦਾ ਦੂਸਰੇ ਨਾਲ ਮੈਚ ਹੋਏਗਾ ਮੇਜਰ ਫ੍ਰੈਕਸ਼ਨ ਆਫ ਦਾ ਟੋਟਲ ਲੰਗ ਕੈਪੈਸਿਟੀ। ਮਿੰਟ ਵੈਂਟੀਲੇਸ਼ਨ ਤੋਂ ਦੂਸਰੇ ਪਾਸੇ ਦੇਖ ਸਕਦੇ ਹੋ, ਉਹਦੇ ਵਿੱਚ ਵੀ ਮਿੰਟ ਵਰਡ ਹੈ। the volume of air inspired or expired per 1 minute, ਕਿ 1 ਮਿੰਟ ਦੇ ਵਿੱਚ ਤੁਸੀਂ ਕਿੰਨੀ ਹਵਾ ਅੰਦਰ ਲੈ ਕੇ ਗਏ ਅਤੇ ਕਿੰਨੀ ਹਵਾ ਜਿਹੜੀ ਉਹ ਬਾਹਰ ਕੱਢੀ, ਇਸ ਨੂੰ ਅਸੀਂ ਕਹਿੰਦੇ ਹਾਂ ਮਿੰਟ ਵੈਂਟੀਲੇਸ਼ਨ। ਰੈਜ਼ੀਡੂਅਲ ਵੋਲੀਅਮ ਕੀ ਹੈ ਕਿ ਜਦੋਂ ਅਸੀਂ ਸਾਡੇ ਫੇਫੜਿਆਂ ਦੇ ਵਿੱਚੋਂ ਸਾਰੀ ਹਵਾ ਬਾਹਰ ਕੱਢ ਲਈਏ ਤਾਂ ਵੀ ਹਵਾ ਦੀ ਜਿਹੜੀ ਕੁਛ ਮਾਤਰਾ ਹੈ ਉਹ ਫੇਫੜਿਆਂ ਦੇ ਵਿੱਚ ਬਾਕੀ ਬਚੀ ਰਹਿ ਜਾਂਦੀ ਹੈ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਰੈਜ਼ੀਡੂਅਲ ਵੋਲੀਅਮ। ਨੈਕਸਟ ਕੁਐਸਚਨ ਜੀ ਸਾਡਾ, ਇਹਦੇ 'ਚ ਵੀ ਸਾਨੂੰ ਦੋ ਨੇ ਜਿਹੜੇ ਲਿਸਟਾਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਆਪਸ ਦੇ ਵਿੱਚ ਮੈਚ ਕਰਨਾ। ਤਾਂ ਬੇਸਿਕਲੀ ਇਹ ਟੈਸਟਸ ਨੇ ਸਪੋਰਟਸ ਦੇ ਨਾਲ ਰਿਲੇਟਡ। ਵਾਲੀਬਾਲ ਦਾ ਟੈਸਟ ਹੈ ਜਿਹੜਾ ਇਹਨਾਂ ਦੇ ਵਿੱਚੋਂ ਉਹ ਹੈਗਾ ਰਸਲ ਲਾਂਸ ਟੈਸਟ। ਬਾਸਕਟਬਾਲ ਦਾ ਹੈਗਾ ਨੌਕਸ ਟੈਸਟ। ਟੈਨਿਸ ਦਾ ਟੈਸਟ ਹੈ ਜਿਹੜਾ ਉਹ ਹੈਗਾ ਬਰੋਅਰ ਮਿਲਰ। ਅਤੇ ਫੁੱਟਬਾਲ ਦਾ ਹੈਗਾ ਮੈਕਡੋਨਾਲਡ ਟੈਸਟ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਹੈ ਜਿਹੜਾ ਇਹ ਹੈਗਾ ਐਕਸਰਸਾਈਜ਼ ਫਿਜ਼ੀਓਲੋਜੀ ਦਾ। ਤਾਂ ਇਹਦੇ 'ਚ ਵੀ ਦੋ ਲਿਸਟਾਂ ਨੇ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਨੇ। ਜਿਵੇਂ ਫਸਟ ਲਿਸਟ ਦੇ ਵਿੱਚ ਇਹ ਆਪਸ਼ਨ ਦਿੱਤੀ ਗਈ ਹੈ ਸਾਨੂੰ ਕਰਟੇਨ ਫਾਸਫੇਟ। ਤਾਂ ਤੁਸੀਂ ਜੇਕਰ ATP PC ਸਿਸਟਮ ਪੜ੍ਹਿਆ ਹੋਵੇ ਤਾਂ ATP PC ਸਿਸਟਮ ਹੈ ਜਿਹੜਾ ਉਹ ਐਨਾਰੋਬਿਕ ਸਿਸਟਮ ਦੇ ਅੰਦਰ ਆਉਂਦਾ।
ਤਾਂ ਇਹਦਾ ਆਨਸਰ ਜਿਹੜਾ ਹੈਗਾ ਤੀਜਾ ਹੈਗਾ ਐਨਾਰੋਬਿਕ ਸੋਰਸ ਆਫ એનર્ਜੀ ਡਿਊਰਿੰਗ ਮਸਕੂਲਰ ਕੰਟਰੈਕਸ਼ਨ। ਕ੍ਰੀਏਟਿਨ ਫਾਸਫੇਟ ਹੈ ਜਿਹੜਾ ਉਹ ਐਨਾਰੋਬਿਕ ਸੋਰਸ ਹੈ ਮਸਕੂਲਰ ਕੰਟਰੈਕਸ਼ਨ ਦਾ। ਬੀ 'ਚ ਪੁੱਛਿਆ ਗਿਆ ਹੈਕਸੋਜ਼ ਫਾਸਫੇਟ। ਹੈਕਸੋਜ਼ ਫਾਸਫੇਟ ਹੈ ਜਿਹੜਾ ਇਹ ਬੇਸਿਕਲੀ ਹੈਗਾ ਸਾਡਾ ਮੈਟਾਬੋਲਿਜ਼ਮ ਆਫ ਕਾਰਬੋਹਾਈਡਰੇਟਸ। ਤਾਂ ਕਾਰਬੋਹਾਈਡਰੇਟ ਦੀ ਮੈਟਾਬੋਲਿਜ਼ਮ ਦਾ ਅੰਗ ਹੈ ਇੱਕ ਹੈਕਸੋਜ਼ ਫਾਸਫੇਟ। ਥਰਡ ਸਾਡੇ ਕੋਲ ਹੈ ਪ੍ਰੋਟੀਨ। ਪ੍ਰੋਟੀਨ ਹੈ ਜਿਹੜਾ ਇਹਦਾ ਆਨਸਰ ਆਏਗਾ ਫੋਰਥ। ਜਿਹੜੀ ਪ੍ਰੋਟੀਨ ਹੈ ਇਹ ਸਾਡੇ ਮਸਲਸ ਦੇ ਵਿੱਚ ਹੁੰਦੀ ਹੈ ਇਨ ਦਾ ਫਾਰਮ ਆਫ ਲੈਸੀਥਿਨ। ਚੌਥਾ ਸਾਡਾ ਹੈ ਫੈਟ। ਫੈਟ ਹੈ ਜਿਹੜੀ ਇਹਦਾ ਆਨਸਰ ਆਏਗਾ ਸੈਕਿੰਡ, ਫਾਊਂਡ ਇਨ ਮਸਲ ਸ਼ੂਗਰ। ਨੈਕਸਟ ਕੁਐਸਚਨ ਹੈ ਜੀ, ਇਹਦੇ 'ਚ ਵੀ ਜਿਹੜੀਆਂ ਦੋ ਲਿਸਟਾਂ ਨੇ ਸਾਨੂੰ ਉਹ ਦਿੱਤੀਆਂ ਗਈਆਂ ਨੇ। ਤਾਂ ਫਸਟ ਲਿਸਟ ਹੈ ਜਿਹੜੀ ਇਹਦੇ ਵਿੱਚ ਪੁੱਛਿਆ ਗਿਆ ਕਿ ਥੈਰੇਪਿਟਿਕ ਰੀਕ੍ਰੀਏਸ਼ਨ ਕਿਹਨੂੰ ਕਹਿੰਦੇ ਨੇ। ਤਾਂ ਥੈਰੇਪਿਟਿਕ ਰੀਕ੍ਰੀਏਸ਼ਨ ਹੈ ਜਿਹੜਾ ਇਹ ਸੰਬੰਧਿਤ ਹੈਗਾ ਹਸਪੀਟਲ ਦੇ ਨਾਲ। ਸੈਕਿੰਡ ਸਾਡੇ ਕੋਲ ਹੈ ਕਮਰਸ਼ੀਅਲ ਰੀਕ੍ਰੀਏਸ਼ਨ। ਕਮਰਸ਼ੀਅਲ ਰੀਕ੍ਰੀਏਸ਼ਨ ਹੈ ਜਿਹੜਾ ਇਹ ਸੰਬੰਧਿਤ ਹੈਗਾ ਅਮਿਊਜ਼ਮੈਂਟ ਰੀਕ੍ਰੀਏਸ਼ਨ ਦੇ ਨਾਲ। ਤੀਸਰਾ ਸਾਡਾ ਹੈ ਇੰਡਸਟਰੀਅਲ ਰੀਕ੍ਰੀਏਸ਼ਨ। ਇੰਡਸਟਰੀ ਹੈ ਜਿਹੜੀ ਇਹ ਡਾਇਰੈਕਟਲੀ ਰਿਲੇਟ ਕਰਦੀ ਹੈ ਬਿਜ਼ਨਸ ਦੇ ਨਾਲ। ਚੌਥਾ ਸਾਡਾ ਹੈ ਇੰਸਟੀਟਿਊਸ਼ਨਲ ਰੀਕ੍ਰੀਏਸ਼ਨ। ਇੰਸਟੀਟਿਊਸ਼ਨਲ ਰੀਕ੍ਰੀਏਸ਼ਨ ਹੈ ਜਿਹੜਾ ਇਹ ਰਿਲੇਟ ਕਰਦਾ ਸਾਡੇ ਸਕੂਲ ਐਂਡ ਕਾਲਜ ਦੇ ਨਾਲ, ਜਿਹੜੇ ਕਿ ਇੱਕ ਐਜੂਕੇਸ਼ਨਲ ਇੰਸਟੀਟਿਊਟਸ ਨੇ। ਹਾਂਜੀ, ਉਸ ਤੋਂ ਅਗਲਾ ਕੁਐਸਚਨ ਸਾਡਾ ਹੈ ਜੋ ਅਸਰਸ਼ਨ ਐਂਡ ਰੀਜ਼ਨ ਵਾਲਾ ਕੁਐਸਚਨ ਹੈ। ਤਾਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਉਹ ਇਸ ਕੁਐਸਚਨ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ। ਤਾਂ ਇਹਦੀ ਇੱਕ ਤਰੀਕਾ ਦੇਖਦੇ ਹਾਂ ਕਿ ਇਸ ਨੂੰ ਤੁਸੀਂ ਨੇ ਸੋਲਵ ਕਿਸ ਤਰੀਕੇ ਦੇ ਨਾਲ ਕਰਨਾ ਜੇਕਰ ਇਸ ਤਰ੍ਹਾਂ ਦਾ ਕੁਐਸਚਨ ਹੈ। ਜਿਹੜੇ ਕਿ ਇਸ ਤਰ੍ਹਾਂ ਦੇ ਕੁਐਸਚਨ ਨੇ ਜ਼ਿਆਦਾਤਰ ਪੁੱਛੇ ਜਾਂਦੇ ਨੇ, ਕਿਉਂਕਿ ਮੈਨੂੰ ਲੱਗਦਾ ਜਿਹੜੇ ਨੈੱਟ ਵਾਲੇ ਨੇ ਉਹ ਵੀ ਅੱਜ ਕੱਲ੍ਹ ਨੌਲੇਜ ਦੇ ਨਾਲੋਂ ਜ਼ਿਆਦਾ ਤੁਹਾਡੀ ਅੰਡਰਸਟੈਂਡਿੰਗ ਚੈੱਕ ਕਰ ਰਹੇ ਨੇ ਕਿ ਤੁਸੀਂ ਇੰਟਰਪ੍ਰੀਟ ਕਿਵੇਂ ਕਰਦੇ ਹੋ ਕੁਐਸਚਨ ਨੂੰ, ਹੈ ਨਾ। ਯਾਨੀ ਕਿ ਡਾਇਰੈਕਟਲੀ ਤੁਹਾਡੀ ਨੌਲੇਜ ਨਹੀਂ ਚੈੱਕ ਕਰਦੇ, ਘੁਮਾ ਫਿਰਾ ਕੇ ਇੱਕੋ ਕੁਐਸਚਨ ਨੂੰ ਪੁੱਛਿਆ ਜਾਂਦਾ। ਤਾਂ ਅਸਰਸ਼ਨ ਤੇ ਰੀਜ਼ਨ ਵਾਲੇ ਕੁਐਸਚਨ ਨੂੰ ਅਸੀਂ ਸੋਲਵ ਕਿਸ ਤਰੀਕੇ ਦੇ ਨਾਲ ਕਰਨਾ ਹੈ। ਜਿਵੇਂ ਇਹ ਕੁਐਸਚਨ ਪੁੱਛਿਆ ਗਿਆ ਅਸਰਸ਼ਨ ਦੇ ਵਿੱਚ ਕਿ ਥਿਨ ਪਰਸਨਸ ਆਰ ਮੋਰ ਪ੍ਰੋਨ ਟੂ ਸ਼ਿਵਰਿੰਗ ਦੈਨ obese persons due to cold। ਰੀਜ਼ਨ ਇਹਦਾ ਦਿੱਤਾ ਗਿਆ ਕਿ ਥਰਮਲ ਕੰਡਕਟਿਵਿਟੀ ਇਜ਼ ਰਿਲੇਟਿਵਲੀ ਹਾਈ ਇਨ ਸਬਕੁਟੇਨੀਅਸ ਫੈਟ ਬਿਕੋਜ਼ ਇਟ ਇਜ਼ ਨਾਟ ਵੈਲ ਵੈਸਕੂਲਰਾਈਜ਼ਡ। ਹੁਣ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਨੂੰ ਇਹੋ ਜਿਹਾ ਕੁਐਸਚਨ ਮਿਲਦਾ ਤਾਂ ਤੁਸੀਂ ਨੇ ਕਰਨਾ ਕੀ ਹੈ। ਤਾਂ ਇਹਦਾ ਸਿੰਪਲੀ ਮਤਲਬ ਹੈ ਪਹਿਲਾਂ ਤੁਸੀਂ ਨੀਚੇ ਵਾਲੇ ਆਪਸ਼ਨ ਭੁੱਲ ਜਾਓ। ਤਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਦੇਖਣੀ ਹੈ, ਤੁਸੀਂ ਦੇਖਣਾ ਕਿ ਅਸਰਸ਼ਨ ਦੇ ਵਿੱਚ ਜਿਹੜੀ ਲਾਈਨ ਲਿਖੀ ਹੋਈ ਹੈ ਕੀ ਉਹ ਲਾਈਨ ਹੈ ਜਿਹੜੀ ਉਹ ਸਹੀ ਹੈ ਜਾਂ ਗਲਤ। ਤਾਂ ਪਹਿਲਾ ਜਿਹੜਾ ਕੰਮ ਤੁਸੀਂ ਨੇ ਇੱਥੇ ਕਰਨਾ ਹੈ ਉਹ ਇਹ ਪਤਾ ਕਰਨਾ ਕਿ ਅਸਰਸ਼ਨ ਜਿਹੜੀ ਦਿੱਤੀ ਹੋਈ ਹੈ ਉਹਦੇ ਵਿੱਚ ਜਿਹੜਾ ਉਹਨਾਂ ਨੇ ਸੈਂਟੈਂਸ ਦਿੱਤਾ ਹੈ ਜਾਂ ਸਟੇਟਮੈਂਟ ਦਿੱਤੀ ਹੈ ਕੀ ਉਹ ਸਹੀ ਹੈ ਤੇ ਜਾਂ ਫਿਰ ਉਹ ਗਲਤ ਹੈ। ਜੇਕਰ ਉਹ ਸਹੀ ਹੈ ਤਾਂ ਤੁਸੀਂ ਦੇਖਣਾ ਹੈ ਹੇਠਾਂ ਵਾਲੀਆਂ ਜਿਹੜੀਆਂ ਆਪਸ਼ਨ ਨੇ ABCD, ਤਾਂ ਕਿਹੜੀਆਂ ਸਟੇਟਮੈਂਟਸ ਜਿਹੜੀਆਂ ਨੀਚੇ ਆਪਸ਼ਨਸ ਨੇ ਆਨਸਰਸ ਨੇ ਉਹਨਾਂ ਦੇ ਵਿੱਚ A ਨੂੰ ਟਰੂ ਕਿਹੜੇ ਦੇ ਵਿੱਚ ਆਖਿਆ ਗਿਆ, ਯਾਨੀ ਕਿ ਜੇਕਰ ਤੁਹਾਡੀ ਸਹੀ ਹੁੰਦੀ ਹੈ। ਸਪੋਜ਼ ਫੋਰ ਐਗਜ਼ਾਮਪਲ ਇੱਕ ਅਸੀਂ ਮੰਨ ਕੇ ਚੱਲਦੇ ਹਾਂ ਕਿ ਮੰਨ ਲਓ ਜਿਹੜੀ A ਹੈ ਇੱਥੇ ਸਪੋਜ਼ ਕਰ ਲਓ, ਹਲੇ ਅਸੀਂ ਇੰਟਰਪ੍ਰੀਟ ਨਹੀਂ ਕਰ ਰਹੇ ਇਹਨੂੰ, ਮੰਨ ਲਓ ਕਿ A ਹੈ ਜਿਹੜੀ ਉਹ ਇੱਥੇ ਗਲਤ ਹੋ ਜਾਂਦੀ ਹੈ। ਜਿਹੜੀ ਅਸਰਸ਼ਨ ਹੈ ਉਹ ਗਲਤ ਹੈ, ਯਾਨੀ ਕਿ ਫਰਸਟ ਸਟੇਟਮੈਂਟ ਹੈ ਉਹ ਗਲਤ ਹੈ। ਤਾਂ ਹੁਣ ਤੁਸੀਂ ਨੀਚੇ ਆਪਸ਼ਨਾਂ ਦੇ ਵਿੱਚ ਆਓ, ਤੁਸੀਂ ਦੇਖੋ ਕਿ ਜਿਹੜੀ A ਹੈ ਉਸ ਨੂੰ ਗਲਤ ਕਿੱਥੇ ਕਿਹਾ ਗਿਆ। ਫੋਰ ਐਗਜ਼ਾਮਪਲ ਜਿਹੜਾ A ਹੈ ਉਹਦੇ ਵਿੱਚ ਕਿਹਾ ਗਿਆ ਕਿ ਬੋਥ A ਐਂਡ R ਇਜ਼ ਟਰੂ, ਹੈ ਨਾ, ਦੋਨੇ ਟਰੂ ਨੇ। ਤਾਂ ਅਸੀਂ ਜੇ ਪਹਿਲੀ ਸਟੇਟਮੈਂਟ ਸਾਡੀ ਵੈਸੇ ਸਾਨੂੰ ਪਤਾ ਹੈ ਕਿ ਗਲਤ ਹੈ ਤਾਂ ਸਾਡੀ A ਆਪਸ਼ਨ ਹੈ ਜਿਹੜੀ ਐਲੀਮੀਨੇਟ ਹੋ ਗਈ। B ਹੈ ਜਿਹੜੀ ਇਹਦੇ ਵਿੱਚ ਇਹਨੂੰ A ਨੂੰ ਫਾਲਸ ਕਿਹਾ ਗਿਆ ਤਾਂ ਇੱਥੇ ਇਹ ਸਹੀ ਹੈ ਕਿਉਂਕਿ A ਸਾਨੂੰ ਜਿਹੜੀ ਗਲਤ ਸਾਬਤ ਹੋ ਚੁੱਕੀ ਹੈ। C ਦੇ ਵਿੱਚ A ਨੂੰ ਟਰੂ ਕਿਹਾ ਗਿਆ ਤਾਂ ਇਹ ਸਾਡੀ C ਹੈ ਜਿਹੜੀ ਇਹ ਵੀ ਐਲੀਮੀਨੇਟ ਹੋ ਗਈ। D ਦੇ ਵਿੱਚ ਵੀ A ਨੂੰ ਟਰੂ ਕਿਹਾ ਗਿਆ ਤਾਂ ਇਹ ਜਿਹੜੀ D ਹੈ ਉਹ ਵੀ ਐਲੀਮੀਨੇਟ ਹੋ ਗਈ। ਤਾਂ ਬੇਸ਼ੱਕ ਤੁਸੀਂ ਇੱਥੇ ਸੈਕੰਡ ਸਟੇਟਮੈਂਟ ਨਾ ਵੀ ਪੜ੍ਹਦੇ ਜੇਕਰ ਪਹਿਲੀ ਸਟੇਟਮੈਂਟ ਗਲਤ ਹੁੰਦੀ, ਪਰ ਚਲੋ ਹੁਣ ਅਸੀਂ ਇਹਨੂੰ ਇੰਟਰਪ੍ਰੀਟ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਪੁੱਛਿਆ ਕਿ ਥਿਨ ਪਰਸਨਸ ਆਰ ਮੋਰ ਪ੍ਰੋਨ ਟੂ ਸ਼ਿਵਰਿੰਗ ਦੈਨ ਓਬੀਜ਼ ਪਰਸਨ ਡਿਊ ਟੂ ਕੋਲਡ। ਹੁਣ ਜਿਹੜੇ ਪਤਲੇ ਵਿਅਕਤੀ ਨੇ ਉਹ ਮੋਟੇ ਵਿਅਕਤੀਆਂ ਦੇ ਨਾਲੋਂ ਜ਼ਿਆਦਾ ਜਿਹੜੇ ਉਹ ਕੰਬਦੇ ਨੇ ਜਦੋਂ ਉਹਨਾਂ ਨੂੰ ਠੰਡ ਲੱਗਦੀ ਹੈ। ਤਾਂ ਇੱਕ ਸਟੇਟਮੈਂਟ ਦਿੱਤੀ ਹੈ, ਤਾਂ ਇਹ ਸਟੇਟਮੈਂਟ ਹੈ ਕਿ ਜਿਹੜੇ ਪਤਲੇ ਨੇ ਉਹ
ਕੰਮ ਦੇ ਜ਼ਿਆਦਾ ਨੇ। ਕਾਰਨ ਉਹਦਾ ਕੀ ਹੈ? ਕਿਉਂਕਿ ਉਹਨਾਂ ਦੇ ਅੰਦਰ ਫੈਟ ਹੈ, ਜਿਹੜੀ ਸਬਕੁਟੇਨੀਅਸ ਫੈਟ ਹੈ ਉਹਦੀ ਮਾਤਰਾ ਹੈ ਜਿਹੜੀ ਕਿਤੇ ਨਾ ਕਿਤੇ ਘੱਟ ਹੈ। ਤਾਂ ਫਸਟ ਲਾਈਨ ਹੈ ਜਿਹੜੀ ਇਹ ਬਿਲਕੁਲ ਸਹੀ ਹੈ। ਜਿੰਨਾ ਪਤਲਾ ਬੰਦਾ ਹੋਊਗਾ, ਕਿਉਂਕਿ ਉਹਦੇ ਵਿੱਚ ਫੈਟ ਹੈ ਜਿਹੜੀ ਉਹ ਫੈਟ ਘੱਟ ਹੋਊਗੀ, ਤਾਂ ਫੈਟ ਘੱਟ ਹੋਣ ਦੇ ਕਾਰਨ ਉਹਨੂੰ ਠੰਡ ਹੈ ਜਿਹੜੀ ਉਹ ਜ਼ਿਆਦਾ ਲੱਗੇਗੀ। ਕਿਉਂਕਿ ਜਿਹੜੀ ਸਬਕੁਟੇਨੀਅਸ ਫੈਟ ਹੈ ਉਹ ਸਾਡੇ ਸਰੀਰ ਦੇ ਅੰਦਰ ਇੱਕ ਇਨਸੂਲੇਟਰ ਦਾ ਕੰਮ ਕਰਦੀ ਹੈ। ਬੇਸਿਕਲੀ ਸਾਨੂੰ ਜਿਹੜੀ ਸਾਡੀ ਫੈਟ ਹੈ ਜਾਂ ਸਬਕੁਟੇਨੀਅਸ ਫੈਟ ਅਸੀਂ ਕਹਿ ਸਕਦੇ ਹਾਂ, ਉਹ ਬੇਸਿਕਲੀ ਹੀਟ ਅਪ ਕਰਨ ਦਾ ਕੰਮ ਨਹੀਂ ਕਰਦੀ, ਇੱਕ ਇਨਸੂਲੇਟਰ ਦਾ ਕੰਮ। ਤੁਸੀਂ ਸੌਖੇ ਸ਼ਬਦਾਂ ਸਮਝ ਸਕਦੇ ਹੋ ਕਿ ਅਸੀਂ ਠੰਡ ਦੇ ਵਿੱਚ ਆਪਣੇ ਉੱਪਰ ਰਜ਼ਾਈ ਲੈਂਦੇ ਹਾਂ। ਰਜ਼ਾਈ ਕਿਸੇ ਤਰ੍ਹਾਂ ਦੀ ਹੀਟ ਹੈ ਜਿਹੜੀ ਉਹ ਹੀਟ ਨਹੀਂ ਪੈਦਾ ਕਰਦੀ, ਉਹ ਜਸਟ ਕੀ ਕਰਦੀ ਹੈ? ਹੀਟ ਨੂੰ ਲੋਸ ਹੋਣ ਤੋਂ ਰੋਕਦੀ ਹੈ ਨਾ। ਹੀਟ ਹੈ ਜਿਹੜੀ ਐਕਸਚੇਂਜ ਨਹੀਂ ਹੋਣ ਦਿੰਦੀ। ਜਿਹੜੀ ਜਦੋਂ ਰਜ਼ਾਈ ਅਸੀਂ ਬੰਦ ਕਰ ਲਈ, ਬਾਹਰ ਵਾਲਾ ਇਨਵਾਇਰਮੈਂਟ ਦੇ ਵਿੱਚ ਜਿਹੜੀ ਹੀਟ ਹੈ ਉਹ ਉੱਧਰ ਰਹਿ ਜਾਊਗੀ, ਜਿਹੜੀ ਸਾਡੇ ਅੰਦਰ ਹੀਟ ਹੈ ਉਹ ਸਾਡੇ ਕੋਲ ਰਹਿ ਜਾਊਗੀ। ਤਾਂ ਹੀਟ ਲੋਸ ਹੋਣ ਤੋਂ ਬਚਾਉਂਦੇ ਨੇ ਜਿਹੜੇ ਇਨਸੂਲੇਟਰਸ ਨੇ। ਤਾਂ ਦੂਸਰਾ ਜਿਹੜਾ ਫਸਟ ਲਾਈਨ ਹੈ ਜਿਹੜੀ ਇਹ ਸਹੀ ਹੈ ਕਿ ਜਿਹੜੇ ਪਤਲੇ ਲੋਕ ਹੋਣਗੇ, ਕਿਉਂਕਿ ਉਹਨਾਂ ਦੇ ਵਿੱਚ ਸਬਕੁਟੇਨੀਅਸ ਫੈਟ ਹੈ ਜਿਹੜੀ ਉਹ ਘੱਟ ਹੋਏਗੀ, ਤਾਂ ਜਿਹਦੇ ਕਾਰਨ ਉਹਨਾਂ ਨੂੰ ਠੰਡ ਹੈ ਜਿਹੜੀ ਉਹ ਜ਼ਿਆਦਾ ਲੱਗੇਗੀ। ਪਰ ਰੀਜ਼ਨ ਕੀ ਦਿੱਤਾ ਕਿ ਥਰਮਲ ਕੰਡਕਟਿਵਿਟੀ ਇਜ਼ ਰਿਲੇਟਿਵਲੀ ਹਾਈ। ਹੁਣ ਇੱਥੇ ਇਹਨਾਂ ਨੇ ਕੀ ਕਹਿਤਾ ਕਿ ਇਨਸੂਲੇਟਰ ਨਹੀਂ ਹੈਗਾ, ਉਹ ਕੰਡਕਟਰ ਹੈ। ਯਾਨੀ ਕਿ ਥਰਮਲ ਕੰਡਕਟਿਵਿਟੀ ਕੀ ਕਹਿਤਾ ਉਹਨਾਂ ਨੇ? ਹਾਈ ਹੋਊਗੀ ਸਬਕੁਟੇਨੀਅਸ ਫੈਟ ਦੇ ਵਿੱਚ, ਬਿਕੋਜ਼ ਇਟ ਇਜ਼ ਨਾਟ ਵੈਲ ਵੈਸਕੁਲਰਾਈਜ਼ਡ। ਤਾਂ ਇੱਥੇ ਜਿਹੜੀ ਸੈਕਿੰਡ ਸਟੇਟਮੈਂਟ ਹੈ ਇਹ ਗਲਤ ਹੋ ਜਾਏਗੀ, ਕਿਉਂਕਿ ਜਿਹੜੀ ਸਬਕੁਟੇਨੀਅਸ ਫੈਟ ਹੈ ਇਹਦੀ ਜਿਹੜੀ ਥਰਮਲ ਕੰਡਕਟਿਵਿਟੀ ਆ ਉਹ ਵੀ ਲੋ ਹੋਏਗੀ। ਜੇ ਲੋ ਹੋਊਗੀ ਤਾਂ ਹੀ ਉਹ ਇਨਸੂਲੇਟਰ ਦਾ ਕੰਮ ਕਰ ਸਕੇਗੀ। ਤਾਂ ਇਹਦਾ ਸਹੀ ਆਨਸਰ ਹੋਊਗਾ ਆਪਸ਼ਨ ਬੀ ਕਿ ਏ ਹੈ, ਸੌਰੀ ਬੀ ਨਹੀਂ, ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਸੀ, ਏ ਟਰੂ ਐਂਡ ਆਰ ਇਜ਼ ਫਾਲਸ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਜਿਹੜਾ ਇਹਦੇ ਵਿੱਚ ਜਿਹੜੀ ਅਸਰਸ਼ਨ ਦਿੱਤੀ ਗਈ ਉਹਦੇ 'ਚ ਪੁੱਛਿਆ ਗਿਆ ਕਿ ਇਨ ਸੈਕੰਡ ਕਲਾਸ ਲੀਵਰ ਅਰੇਂਜਮੈਂਟਸ ਆਫ ਫੋਰਸ ਐਡਵਾਂਟੇਜ ਯੂਜਲੀ ਐਗਜ਼ਿਸਟਸ ਫॉर ਦ ਮੋਟਿਵ ਫੋਰਸਿਸ। ਦੇਖੋ, ਜਿਵੇਂ ਲਾਸਟ ਕੁਐਸਚਨ ਦੇ ਵਿੱਚ ਅਸੀਂ ਕਿਹਾ ਸੀਗਾ ਕਿ ਸਭ ਤੋਂ ਪਹਿਲਾਂ ਅਸੀਂ ਸਟੇਟਮੈਂਟ ਚੈੱਕ ਕਰਨੀ ਹੈ ਕਿ ਸਹੀ ਹੈਗੀ ਹੈ ਕਿ ਨਹੀਂ। ਜੇਕਰ ਪਹਿਲੀ ਸਟੇਟਮੈਂਟ ਤੁਹਾਨੂੰ ਪਤਾ ਲੱਗ ਗਈ ਸਹੀ ਹੈਗੀ ਹੈ, ਤਾਂ ਉਸ ਤੋਂ ਬਾਅਦ ਅਸੀਂ ਨੀਚੇ ਵਾਲੇ ਜਿਹੜੇ ਆਪਸ਼ਨ ਨੇ ਉਹ ਵੀ ਚੈੱਕ ਕਰ ਸਕਦੇ ਹਾਂ। ਹੁਣ ਸਾਡੇ ਕੋਲੇ ਟੋਟਲ ਜੇ ਲੀਵਰ ਦੇਖੀਏ, ਤਿੰਨ ਤਰ੍ਹਾਂ ਦੇ ਲੀਵਰਸ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਫਸਟ ਕਲਾਸ ਹੈ, ਸੈਕੰਡ ਕਲਾਸ ਹੈ ਐਂਡ ਥਰਡ ਕਲਾਸ ਹੈ। ਫਸਟ ਕਲਾਸ ਲੀਵਰ ਹੈ ਜਿਹੜਾ ਬੇਸਿਕਲੀ ਉਹ ਬੈਲੈਂਸ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਸੈਕੰਡ ਕਲਾਸ ਫੋਰਸ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਥਰਡ ਕਲਾਸ ਹੈ ਜਿਹੜਾ ਉਹ ਸਪੀਡ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਤਾਂ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਸੈਕੰਡ ਕਲਾਸ ਲੀਵਰ ਦੇ ਅਰੇਂਜਮੈਂਟ ਬਾਰੇ ਪੁੱਛਿਆ, ਤਾਂ ਫੋਰਸ ਐਡਵਾਂਟੇਜ ਹੋਏਗਾ ਹੀ ਹੋਏਗਾ ਸੈਕੰਡ ਕਲਾਸ ਜਿਹੜਾ ਲੀਵਰ ਹੈ ਉਸ ਦੇ ਵਿੱਚ। ਤੇ ਰੀਜ਼ਨ ਉਹਨਾਂ ਨੇ ਕੀ ਦਿੱਤਾ ਕਿ ਲੈਸ ਮੋਟਿਵ ਫੋਰਸ ਨੀਡਡ ਬੀ ਅਪਲਾਈਡ ਟੂ ਮੂਵ ਅ ਗ੍ਰੇਟਰ ਰੈਜ਼ਿਸਟੈਂਸ। ਤਾਂ ਉਹ ਕਹਿ ਰਹੇ ਨੇ ਕਿ ਜਿਹੜਾ ਸੈਕੰਡ ਕਲਾਸ ਲੀਵਰ ਹੈ, ਅਸਰਸ਼ਨ ਦੇ ਵਿੱਚ ਦਿੱਤਾ ਕਿ ਸੈਕੰਡ ਕਲਾਸ ਲੀਵਰ ਹੈ ਜਿਹੜਾ ਫੋਰਸ ਦੇ ਲਈ ਯੂਜ਼ ਕੀਤਾ ਜਾਂਦਾ, ਤੇ ਰੀਜ਼ਨ ਦੇ ਵਿੱਚ ਉਹਨਾਂ ਨੇ ਦਿੱਤਾ ਕਿ ਬਹੁਤ ਘੱਟ ਫੋਰਸ ਲਗਾ ਕੇ ਅਸੀਂ ਜ਼ਿਆਦਾ ਰੈਜ਼ਿਸਟੈਂਸ ਆ ਜਿਹੜਾ ਉਹਨੂੰ ਓਵਰਕਮ ਕਰ ਸਕਦੇ ਹਾਂ। ਤਾਂ ਇਸ ਦੇ ਵਿੱਚ ਫਸਟ ਸਟੇਟਮੈਂਟ ਹੈ ਜਿਹੜੀ ਉਹ ਵੀ ਟਰੂ ਹੈ, ਤੇ ਸੈਕੰਡ ਸਟੇਟਮੈਂਟ ਹੈ ਜਿਹੜੀ ਉਹ ਵੀ ਟਰੂ ਹੈ, ਯਾਨੀ ਕਿ ਦੋਨੋਂ ਟਰੂ ਨੇ। ਤਾਂ ਇਹਦਾ ਰਾਈਟ ਆਨਸਰ ਜਿਹੜਾ ਉਹ ਬਣ ਜਾਏਗਾ ਆਪਸ਼ਨ ਏ, ਬੋਥ ਏ ਐਂਡ ਆਰ ਆਰ ਟਰੂ। ਨੈਕਸਟ ਕੁਐਸਚਨ ਹੈ ਜੀ ਸਾਡਾ, ਇਹਦੇ 'ਚ ਪੁੱਛਿਆ ਗਿਆ ਕਿ ਵਿਚ ਵਨ ਆਫ ਦ ਫੋਲੋਇੰਗ ਪੇਅਰ ਇਜ਼ ਕਰੈਕਟਲੀ ਮੈਚਡ। ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਕਿਹੜੇ ਪੇਅਰ ਨੇ ਜਿਹੜੇ ਆਪਸ ਦੇ ਵਿੱਚ ਕਰੈਕਟਲੀ ਮੈਚ ਕਰ ਰਹੇ ਨੇ। ਤਾਂ ਇਹਨੂੰ ਸਿੰਪਲੀ ਆਪਾਂ ਦੂਸਰੇ ਤਰੀਕੇ ਨਾਲ ਦੇਖਦੇ ਹਾਂ। ਐਨਾਟੋਮਿਕਲ ਏਜ ਹੈ ਜਿਹੜੀ, ਐਨਾਟੋਮਿਕਲ ਏਜ ਕਿਤੋਂ ਦੇਖੀ ਜਾਂਦੀ ਹੈ? ਕਲਾਸੀਫਿਕੇਸ਼ਨ ਆਫ ਬੋਨ ਤੋਂ ਦੇਖੀ ਜਾਂਦੀ ਹੈ। ਤੇ ਫਿਜ਼ੀਓਲੋਜੀਕਲ ਏਜ ਹੈ ਜਿਹੜੀ ਉਹ ਕਿਸ ਤੋਂ ਦੇਖੀ ਜਾਂਦੀ ਹੈ? ਸੈਕੰਡਰੀ ਸੈਕਸ਼ੂਅਲ ਕਰੈਕਟਰਿਸਟਿਕਸ ਤੋਂ ਦੇਖੀ ਜਾਂਦੀ ਹੈ। ਮੈਂਟਲ ਏਜ ਹੈ ਜਿਹੜੀ ਉਹ ਕਿਸ ਤੋਂ ਦੇਖੀ ਜਾਂਦੀ ਹੈ? ਉਹ ਤੁਹਾਡੇ ਇੰਟੈਲੀਜੈਂਸੀ ਟੈਸਟ ਤੋਂ ਦੇਖੀ ਜਾ ਸਕਦੀ ਹੈ। ਕ੍ਰੋਨੋਲੋਜੀਕਲ ਏਜ ਹੈ ਜਿਹੜੀ ਉਹ ਕੈਲੰਡਰ ਈਅਰ ਤੋਂ ਦੇਖੀ ਜਾ ਸਕਦੀ ਹੈ। ਤਾਂ ਇਹ ਨੇ ਜਿਹੜੇ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਤਾਂ ਇਹਦੇ ਜਿਹੜੇ ਨੀਚਲੇ ਆਪਸ਼ਨ ਸੀ ਉਹ ਮੈਂ ਕੱਟ ਡਾਊਨ ਕਰਤੇ। ਤਾਂ ਇਹਦੇ 'ਚ ਤੁਸੀਂ ਇਹ ਦੇਖ ਸਕਦੇ ਹੋ ਕਿ ਐਨਾਟੋਮਿਕਲ ਏਜ ਕਾਹਦੇ ਲਈ ਯੂਜ਼ ਕੀਤੀ ਜਾਂਦੀ ਹੈ, ਫਿਜ਼ੀਓਲੋਜੀਕਲ ਏਜ ਕਿਸ ਦੇ ਲਈ, ਮੈਂਟਲ ਏਜ ਕਿਸ ਦੇ ਲਈ, ਤੇ ਕ੍ਰੋਨੋਲੋਜੀਕਲ ਏਜ ਕਿਸ ਦੇ ਲਈ। ਨੈਕਸਟ ਕੁਐਸਚਨ ਹੈ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਪੇਅਰ ਹੈ ਜਿਹੜਾ ਉਹ ਕਰੈਕਟਲੀ ਮੈਚ ਨਹੀਂ ਕਰਦਾ। ਪ੍ਰੋਨੇਸ਼ਨ ਐਂਡ ਸੁਪੀਨੇਸ਼ਨ ਦੋਨੋਂ ਮੂਵਮੈਂਟਸ ਨੇ, ਪਰ ਦੋਨੇ ਇੱਕ ਦੂਸਰੇ ਦੇ ਆਪੋਜ਼ਿਟ ਨੇ। ਐਗੋਨਿਸਟ ਐਂਡ ਐਂਟਾਗੋਨਿਸਟ, ਇਹ ਸਾਡੇ ਮਸਲਸ ਬੋਲਦੇ ਨੇ ਬੇਸਿਕਲੀ। ਐਗੋਨਿਸਟ ਤੇ ਐਂਟਾਗੋਨਿਸਟ ਜਿਹੜੇ ਇੱਕ ਦੂਸਰੇ ਦੇ ਆਪੋਜ਼ਿਟ ਕੰਮ ਕਰਦੇ ਨੇ, ਤਾਂ ਇਹ ਵੀ ਦੋਨੋਂ ਇੱਕ ਦੂਸਰੇ ਦੇ
ਆਪੋਜਿਟਸ ਹੋ ਗਏ। ਪ੍ਰੋਕਸੀਮਲ ਐਂਡ ਡਿਸਟਲ ਇਹ ਵੀ ਇੱਕ ਦੂਸਰੇ ਦੇ ਆਪੋਜਿਟਸ ਨੇ। ਮਸਲਸ ਐਂਡ ਟਿਸ਼ੂਜ਼, ਤਾਂ ਇਹਦਾ ਜਿਹੜਾ ਪੇਅਰ ਕਰੈਕਟਲੀ ਮੈਚ ਨਹੀਂ ਕਰਦਾ ਹੋਏਗਾ ਆਨਸਰ ਡੀ। ਨੈਕਸਟ ਕੁਐਸਚਨ ਹੈਗਾ ਜੀ, ਦਾ ਏਰੀਅਲ ਟੰਬਲਿੰਗ ਇਜ਼ ਦ ਬੈਸਟ ਐਗਜ਼ਾਮਪਲ ਆਫ ਪ੍ਰੋਜੈਕਟਾਈਲ ਪ੍ਰਿੰਸੀਪਲ ਫॉर। ਤਾਂ ਏਰੀਅਲ ਟੰਬਲਿੰਗ ਕੀ ਹੈ? ਬੇਸਿਕਲੀ ਕਿ ਜਦੋਂ ਤੁਸੀਂ ਹਵਾ ਦੇ ਵਿੱਚ ਹੈ ਜਿਹੜੇ ਉਹ ਜੰਪ ਕਰਦੇ ਹੋ ਜਾਂ ਹਵਾ ਦੇ ਵਿੱਚ ਘੁੰਮਦੇ ਹੋ, ਉਸ ਨੂੰ ਅਸੀਂ ਬੋਲਦੇ ਹਾਂ ਏਰੀਅਲ ਟੰਬਲਿੰਗ। ਤਾਂ ਇਹ ਕਾਹਦੀ ਬੈਸਟ ਐਗਜ਼ਾਮਪਲ ਹੈ? ਪ੍ਰੋਜੈਕਟਾਈਲ ਪ੍ਰਿੰਸੀਪਲ ਦੀ। ਕਾਹਦੇ ਲਈ? ਤਾਂ ਏਰੀਅਲ ਟੰਬਲਿੰਗ ਹੈ ਜਿਹੜੀ ਬੇਸਿਕਲੀ ਇਹ ਬੈਸਟ ਐਗਜ਼ਾਮਪਲ ਹੈਗੀ ਹੈ ਐਕੂਰੇਸੀ ਦੀ। ਏਰੀਅਲ ਟੰਬਲਿੰਗ ਹੈ ਜਿਹੜੀ ਇਹ ਬੈਸਟ ਐਗਜ਼ਾਮਪਲ ਹੈ ਜਿਹੜੀ ਉਹ ਐਕੂਰੇਸੀ ਦੀ ਹੈ, ਕਿ ਜਿੰਨਾ ਐਕੂਰੇਟ ਹੋਏਗਾ ਉਨਾ ਵਧੀਆ ਤਰੀਕੇ ਨਾਲ ਅਸੀਂ ਦੁਬਾਰਾ ਲੈਂਡ ਕਰਾਂਗੇ। ਇਹਦੇ 'ਚ ਫ੍ਰੀਕੁਐਂਸੀ ਨਹੀਂ ਦੇਖੀ ਜਾਂਦੀ, ਡਿਸਟੈਂਸ ਨਹੀਂ ਦੇਖਿਆ ਜਾਂਦਾ, ਹਾਈਟ ਨਹੀਂ ਦੇਖਿਆ ਜਾਂਦਾ, ਬਸ ਐਕੂਰੇਟਲੀ ਤੁਸੀਂ ਨੇ ਜਸਟ ਲੈਂਡ ਕਰਨਾ ਹੁੰਦਾ। ਨੈਕਸਟ ਕੁਐਸਚਨ ਸਾਡਾ ਹੈਗਾ ਜੀ, ਓਲੰਪਿਕ ਵੈਨਿਊਜ਼ ਦਿੱਤੇ ਹੋਏ ਨੇ, ਤਾਂ ਇੱਕ ਤਾਂ ਇਹਨਾਂ ਦਾ ਅਸੀਂ ਆਰਡਰ ਦੇਖ ਲਾਂਗੇ, ਇੱਕ ਦੇਖ ਲਾਂਗੇ ਕਿਹੜੇ ਕਿਹੜੇ ਸਾਲ ਦੇ ਵਿੱਚ ਹੋਈਆਂ ਨੇ। ਪਰ ਕੁਐਸਚਨ ਮੈਸਕੋਟਸ ਬਾਰੇ ਪੁੱਛਿਆ ਗਿਆ। ਮੈਸਕੋਟਸ ਹਰ ਇੱਕ ਓਲੰਪਿਕਸ ਦੇ ਵਿੱਚ ਅਪਰੋਕਸੀਮੇਟਲੀ 1932 ਦੀਆਂ ਜਿਹੜੀਆਂ ਲਾਸ ਐਂਜਲਸ ਓਲੰਪਿਕਸ ਹੋਈਆਂ ਸੀ, ਉਦੋਂ ਤੋਂ ਇੱਕ ਮੈਸਕੋਟ ਦੇਣਾ ਸ਼ੁਰੂ ਹੋਇਆ ਸੀਗਾ। ਉੱਥੋਂ ਦਾ ਜਿਹੜੇ ਵੀ ਕਿਸੇ ਦੇਸ਼ ਦੇ ਵਿੱਚ ਓਲੰਪਿਕਸ ਹੋ ਰਹੀ ਹੁੰਦੀ ਹੈ ਤਾਂ ਉੱਥੋਂ ਦਾ ਕੋਈ ਸਾਈਨ ਹੈ ਜਿਹੜਾ ਉਹ ਇੱਕ ਜਾਨਵਰ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਜਾਂ ਕਿਸੇ ਹੋਰ ਰੂਪ ਦੇ ਵਿੱਚ ਹੋ ਸਕਦਾ ਹੈ, ਤਾਂ ਇੱਕ ਸਾਈਨ ਹੈ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ ਓਲੰਪਿਕ ਗੇਮਸ ਦੇ ਨਾਲ ਰਿਲੇਟ ਕਰਕੇ। ਤਾਂ ਉਹ ਮੈਸਕੋਟ ਬਾਰੇ ਪੁੱਛਿਆ ਗਿਆ ਇਸ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਦੇਖ ਲਈਏ ਮੌਂਟਰੀਅਲ ਓਲੰਪਿਕਸ ਨੇ ਜਿਹੜੀਆਂ ਉਹ 1976 ਦੇ ਵਿੱਚ ਹੋਈਆਂ ਸੀ। ਮਾਸਕੋ ਓਲੰਪਿਕਸ ਨੇ ਜਿਹੜੀਆਂ ਉਹ 1980 ਦੇ ਵਿੱਚ ਹੋਈਆਂ ਸੀ। ਲਾਸ ਐਂਜਲਸ ਓਲੰਪਿਕਸ ਨੇ ਜਿਹੜੀਆਂ ਉਹ 1984 ਦੇ ਵਿੱਚ ਹੋਈਆਂ ਸੀ। ਐਟਲਾਂਟਾ ਓਲੰਪਿਕਸ ਨੇ ਜਿਹੜੀਆਂ ਉਹ 1996 ਦੇ ਵਿੱਚ ਹੋਈਆਂ ਸੀ। ਤਾਂ 88 ਦੀਆਂ ਸਿਓਲ ਦੇ ਵਿੱਚ ਹੋਈਆਂ ਨੇ ਤੇ 92 ਦੀਆਂ ਬਾਰਸੀਲੋਨਾ 'ਚ ਹੋਈਆਂ ਨੇ। 2000 ਦੀਆਂ ਸਿਡਨੀ 'ਚ ਹੋਈਆਂ ਨੇ। 2004 ਦੀ ਪਹਿਲਾਂ ਗੱਲ ਕਰ ਗਏ ਆਪਾਂ ਐਥਨਜ਼। 8 ਦੀਆਂ ਬੀਜ਼ਿੰਗ ਦੇ ਵਿੱਚ ਨੇ। 12 ਲੰਡਨ, 16 ਰੀਓ ਤੇ 20 ਦੀਆਂ ਟੋਕੀਓ ਦੇ ਵਿੱਚ ਹੋਈਆਂ ਨੇ। ਤਾਂ ਇਹਨਾਂ ਦੇ ਜਿਹੜੇ ਮੈਸਕੋਟਸ ਨੇ ਉਹ ਅਸੀਂ ਨੀਚੇ ਦੇਖ ਲਈਏ। ਮੈਸਕੋਟਸ ਦਿੱਤੇ ਹੋਏ ਨੇ ਇਹਨਾਂ ਦੇ ਸੀਕੁਐਂਸ ਦੇ ਵਿੱਚ ਅਸੀਂ ਨੀਚੇ ਲਿਖੇ ਨੇ ਅਮਿਕ, ਮੀਸ਼ਾ, ਸੈਮ ਐਂਡ ਈਜ਼ੀ। ਇਹ ਚਾਰੇ ਮੈਸਕੋਟ ਨੇ ਇਹਨਾਂ ਦੇ ਸੀਕੁਐਂਸ ਦੇ ਵਿੱਚ ਚਾਰੋਂ ਓਲੰਪਿਕਸ ਦੇ ਵਿੱਚ। ਮੌਂਟਰੀਅਲ ਦੇ ਵਿੱਚ ਐਮਿਕ, ਮਾਸਕੋ ਮੀਸਾ, ਲਾਸ ਐਂਜਲਸ ਸੈਮ ਐਂਡ ਐਟਲਾਂਟਾ ਦੇ ਵਿੱਚ ਈਜ਼ੀ ਮੈਸਕੋਟ ਹੈ ਜਿਹੜਾ ਉਹ ਯੂਜ਼ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਦਾ ਮਸਲ ਕੰਟਰੈਕਸ਼ਨਸ ਯੂਜ਼ਡ ਇਨ ਡਿਫਰੈਂਟ ਟ੍ਰੇਨਿੰਗ ਮੈਥਡਸ ਆਰ ਗਿਵਨ ਬਿਲੋ ਐਂਡ ਦਾ ਨੇਮ ਆਫ ਦਾ ਮਸਲ ਕੰਟਰੈਕਸ਼ਨਸ ਆਰ ਗਿਵਨ ਇਨ ਕੋਡ। ਫਾਈਂਡ ਦਾ ਕਰੈਕਟ ਸੀਕੁਐਂਸ। ਤਾਂ ਮਸਕੂਲਰ ਕੰਟਰੈਕਸ਼ਨਸ ਨੇ ਜਿਹੜੀਆਂ ਉਹ ਨੀਚੇ ਦਿੱਤੀਆਂ ਗਈਆਂ ਨੇ, ਉਹਨਾਂ ਦਾ ਸੀਕੁਐਂਸ ਲੱਭਣਾ ਹੈ। ਫਸਟ ਹੈਗੀ ਦਾ ਟੈਂਸ਼ਨ ਡਿਵੈਲਪਡ ਬਾਈ ਦਾ ਮਸਲ ਐਜ਼ ਇਟ ਸ਼ਾਰਟਨਸ ਐਟ ਕਾਂਸਟੈਂਟ ਸਪੀਡ is maximal at all joint angles over full range of motion। ਤਾਂ ਜਦੋਂ ਸਾਡਾ ਮਸਲ ਹੈ ਜਿਹੜਾ ਉਹ ਕਾਂਸਟੈਂਟ ਸਪੀਡ ਕਾਂਸਟੈਂਟ ਦੇ ਉੱਪਰ ਸ਼ਾਰਟਨ ਹੁੰਦਾ ਹੈ ਤੇ ਜਿਹੜਾ ਸਾਰੇ ਜੁਆਇੰਟਸ ਨੇ ਜਿਹੜੇ ਉੱਥੇ ਜਿਹੜਾ ਸਪੀਡ ਹੈ ਜਿਹੜੀ ਉਹਨਾਂ ਸਾਰੀਆਂ ਜੁਆਇੰਟਸ ਦੇ ਉੱਪਰ ਔਰ ਜਿਹੜੀ ਹੈ ਮੈਕਸਿਮਮ ਹੁੰਦੀ ਹੈ ਨਾ। ਤਾਂ ਇਹ ਓਨਲੀ ਪੋਸੀਬਲ ਹੈਗਾ ਆਈਸੋਕਾਈਨੈਟਿਕ ਦੇ ਵਿੱਚ, ਜਿੱਥੇ ਜਿਹੜੀ ਸਪੀਡ ਅਸੀਂ ਉਹਨੂੰ ਵੀ ਮੇਨਟੇਨ ਕਰ ਸਕਦੇ ਹਾਂ ਜਾਂ ਕੰਟਰੋਲ ਕਰ ਸਕਦੇ ਹਾਂ ਵਿਦ ਸੇਮ ਇੰਟੈਂਸਿਟੀ। ਦੂਸਰੀ ਹੈਗੀ ਹੈ ਮਸਲ ਸ਼ਾਰਟਨਸ ਡਿਊਰਿੰਗ ਕੰਟਰੈਕਸ਼ਨ ਐਟ ਕਾਂਸਟੈਂਟ ਟੈਂਸ਼ਨ, ਕਿ ਮਸਲ ਹੈ ਜਿਹੜੀ ਮਸਲ ਸ਼ਾਰਟਨ ਹੋ ਰਿਹਾ ਹੈ, ਛੋਟਾ ਹੋ ਰਿਹਾ ਹੈ ਕਦੋਂ? ਕੰਟਰੈਕਸ਼ਨ ਦੇ ਸਮੇਂ ਦੇ ਵਿੱਚ। ਤੇ ਜਿਹੜੀ ਟੈਂਸ਼ਨ ਹੈ ਉਹ ਕੀ ਹੈ? ਕਾਂਸਟੈਂਟ ਹੈ। ਆਈਸੋਟੋਨਿਕ, ਆਈਸੋ ਦਾ ਮਤਲਬ ਸੇਮ ਹੁੰਦਾ ਹੈ, ਟੋਨ ਦਾ ਮਤਲਬ ਜਦੋਂ ਟੈਂਸ਼ਨ ਹੈ ਜਿਹੜੀ ਉਹ ਸੇਮ ਹੈ, ਤਾਂ ਇਹਦਾ ਰਾਈਟ ਆਨਸਰ ਹੋਏਗਾ ਆਈਸੋਟੋਨਿਕ। ਥਰਡ ਹੈ ਮਸਲ ਕੰਟਰੈਕਟਸ ਵਿਦਾਊਟ ਚੇਂਜਿੰਗ ਇਟਸ ਐਕਸਟਰਨਲ ਲੈਂਥ। ਤਾਂ ਇੱਕ ਆਪਸ਼ਨ ਹੈਗੀ ਹੈ ਸਾਡੇ ਕੋਲ ਆਈਸੋਮੈਟ੍ਰਿਕ। ਆਈਸੋ ਮਤਲਬ ਸੇਮ, ਮੈਟ੍ਰਿਕ ਮੀਨਸ ਲੈਂਥ। ਤਾਂ ਇਹਦੇ ਸੀ ਨੂੰ ਅਸੀਂ ਨਾਮ ਦੇਵਾਂਗੇ ਆਈਸੋਮੈਟ੍ਰਿਕ ਦਾ। ਡੀ ਮਸਲ ਲੈਂਥਨਸ ਵਾਈਲ ਕੰਟਰੈਕਟਿੰਗ। ਤਾਂ ਜਦੋਂ ਕੰਟਰੈਕਟ ਹੋ ਰਿਹਾ ਤਾਂ ਮਸਲ ਲੈਂਥਿੰਗ ਨੂੰ ਅਸੀਂ ਕੀ ਨਾਮ ਦੇਵਾਂਗੇ? ਉਹਨੂੰ ਦੇਵਾਂਗੇ ਅਸੀਂ ਇਸੈਂਟਰਿਕ ਦਾ ਨਾਮ। ਇਹਦਾ ਰਾਈਟ ਆਨਸਰ ਹੋਏਗਾ ਜੀ ਆਪਸ਼ਨ ਡੀ। ਨੈਕਸਟ ਕੁਐਸਚਨ ਸਾਡਾ ਹੈਗਾ ਦਾ ਇੰਟਰਾਮਿਊਰਲ ਕਮੇਟੀ ਕੰਸਿਸਟ ਆਫ। ਜੇਕਰ ਅਸੀਂ ਇੰਟਰਾਮਿਊਰਲ ਕੰਪੀਟੀਸ਼ਨ ਕਰਾਉਣਾ ਤਾਂ ਉਸ ਕਮੇਟੀ ਦੇ ਵਿੱਚ ਕੌਣ ਕੌਣ ਹੋਣਗੇ? ਤਾਂ ਇਹਦਾ ਇੰਟਰਾਮਿਊਰਲ ਮੈਨੇਜਰ, ਇੰਟਰਾਮਿਊਰਲ ਡਾਇਰੈਕਟਰ, ਇੰਟਰਾਮਿਊਰਲ ਸੈਕਟਰੀ, ਅਸਿਸਟੈਂਟ ਮੈਨੇਜਰ। ਤਾਂ
ਤਾਂ ਇਹਦਾ ਰਾਈਟ ਆਨਸਰ ਹੋਏਗਾ ਜੀ ਆਪਸ਼ਨ ਬੀ, ਇੰਟਰਾਮਿਊਰਲ ਡਾਇਰੈਕਟਰ ਹੋਣਾ ਚਾਹੀਦਾ ਤੇ ਇੰਟਰਾਮਿਊਰਲ ਸੈਕਟਰੀ ਹੋਣਾ ਚਾਹੀਦਾ। ਇਹਦੀ ਨੈਕਸਟ ਸਲਾਈਡ ਦੇ ਵਿੱਚ ਅਸੀਂ ਦਿੱਤਾ ਹੋਇਆ, ਇਹ ਦੇਖ ਸਕਦੇ ਹੋ ਤੁਸੀਂ ਨੈਕਸਟ ਸਲਾਈਡ। ਇੰਟਰਾਮਿਊਰਲ ਕਮੇਟੀ ਦੇ ਵਿੱਚ ਸਭ ਤੋਂ ਉੱਪਰ ਇੰਟਰਾਮਿਊਰਲ ਡਾਇਰੈਕਟਰ ਰਹਿੰਦਾ, ਤਾਂ ਇੰਟਰਾਮਿਊਰਲ ਡਾਇਰੈਕਟਰ ਹੈ ਜਿਹੜਾ, ਉਹਦੇ ਨੀਚੇ ਹੈੱਡ ਆਫ ਦਾ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦਾ ਹੈੱਡ ਹੈ ਜਿਹੜਾ ਉਹ ਕੰਮ ਕਰਦਾ। ਫਿਰ ਉਹਨਾਂ ਦੇ ਨੀਚੇ ਅਸਿਸਟੈਂਟ ਡਾਇਰੈਕਟਰਸ ਲਾਏ ਜਾਂਦੇ ਨੇ ਜਿਹੜੇ ਦੂਸਰੇ ਫਿਜ਼ੀਕਲ ਐਜੂਕੇਸ਼ਨ ਟੀਚਰ ਹੁੰਦੇ ਨੇ। ਉਸ ਤੋਂ ਬਾਅਦ ਅਸਿਸਟੈਂਟ ਟੀਚਰਸ ਉਹਨਾਂ ਦੇ ਨਾਲ ਲਗਾਏ ਜਾਂਦੇ ਨੇ। ਫਿਰ ਇੱਕ ਸੈਕਟਰੀ ਆ ਜਾਂਦਾ, ਜਿਹੜਾ ਸੈਕਟਰੀ ਹੁੰਦਾ ਉਹ ਜਿੰਨੇ ਵੀ ਹਾਊਸ ਅਸੀਂ ਬਣਾਏ ਹੁੰਦੇ ਨੇ ਤਾਂ ਉਹਨਾਂ ਦੇ ਹਾਊਸ ਦਾ ਜਿਹੜਾ ਕੈਪਟਨ ਹੁੰਦਾ ਉਹਨੂੰ ਐਜ਼ ਏ ਸੈਕਟਰੀ ਯੂਜ਼ ਕੀਤਾ ਜਾਂਦਾ, ਤਾਂ ਕਿ ਜਿਹੜੀ ਉੱਪਰੋਂ ਇਨਫੋਰਮੇਸ਼ਨ ਹੁੰਦੀ ਹੈ ਉਹ ਜਲਦੀ ਤੋਂ ਜਲਦੀ ਸਾਰੇ ਹਾਊਸਾਂ ਤੱਕ ਕਨਵੇ ਕੀਤੀ ਜਾ ਸਕੇ। ਤਾਂ ਅੱਗੇ ਜਿਹੜਾ ਸੈਕਟਰੀ ਆ ਉਹ ਜੁਆਇੰਟ ਸੈਕਟਰੀ ਵੀ ਲੈ ਸਕਦਾ ਆਪਣੇ ਹਾਊਸ ਦੇ ਵਿੱਚੋਂ ਇੱਕ। ਨੈਕਸਟ ਕੁਐਸਚਨ ਸਾਡਾ ਹੈਗਾ ਜੀ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਦੱਸਣਾ ਇਹਨਾਂ ਦਾ। ਨੀਚੇ ਵਾਲੇ ਜਿਹੜੀਆਂ ਗੇਮਸ ਦਿੱਤੀਆਂ ਹੋਈਆਂ ਨੇ, ਕਾਮਨਵੈਲਥ ਗੇਮਸ ਨੇ ਜਿਹੜੀਆਂ, ਇਹ ਸਟਾਰਟ ਹੋਈਆਂ ਸੀ ਜੀ 1930 ਦੇ ਵਿੱਚ। ਏਸ਼ੀਅਨ ਗੇਮਸ 1951 ਦੇ ਵਿੱਚ ਸ਼ੁਰੂ ਹੋਈਆਂ ਸੀ ਦਿੱਲੀ ਦੇ ਵਿੱਚ। ਅਰਜੁਨਾ ਅਵਾਰਡ 1961 ਦੇ ਵਿੱਚ। ਰਾਜੀਵ ਗਾਂਧੀ ਖੇਲ ਰਤਨ ਅਵਾਰਡ ਇਹ ਦਿੱਤਾ ਗਿਆ ਸੀਗਾ ਜੀ ਪਹਿਲੀ ਵਾਰ 1991-92 ਦੇ ਵਿੱਚ। ਨੈਕਸਟ ਕੁਐਸਚਨ ਹੈਗਾ ਏਡਸ ਇਜ਼ ਟ੍ਰਾਂਸਮਿਟਡ ਥਰੂ, ਫਸਟ ਆਪਸ਼ਨ ਇਨਸੈਕਟ ਬਾਈਟ, ਕਿਸੇ ਇਨਸੈਕਟ ਦੇ ਕੱਟਣ ਦੇ ਨਾਲ, ਬਲੱਡ ਟ੍ਰਾਂਸਫਿਊਜ਼ਨ, ਬਲੱਡ ਚੜਾਉਣ ਦੇ ਨਾਲ, ਬੋਡੀ ਕੰਟੈਕਟ ਦੇ ਨਾਲ, ਜਾਂ ਆਲ ਆਫ ਐਬਵ। ਤਾਂ ਬਾਈਟ ਦੇ ਇਨਸੈਕਟ ਦੇ ਬਾਈਟ ਦੇ ਨਾਲ ਜਿਹੜੀ ਇਹ ਨਹੀਂ ਫੈਲਦੀ, ਤਾਂ ਇਹਦਾ ਰਾਈਟ ਆਨਸਰ ਸੈਕਿੰਡ ਤੇ ਥਰਡ ਹੋਏਗਾ। ਬਲੱਡ ਟ੍ਰਾਂਸਫਿਊਸ਼ਨ ਨਾਲ ਵੀ ਹੋ ਸਕਦੀ ਹੈ ਤੇ ਬੋਡੀ ਕੰਟੈਕਟ ਦੇ ਨਾਲ ਵੀ ਹੋ ਸਕਦੀ ਹੈ। ਰਾਈਟ ਆਨਸਰ ਇਜ਼ ਆਪਸ਼ਨ ਸੀ। ਨੈਕਸਟ ਕੁਐਸਚਨ ਹੈਗਾ ਜੀ ਦਾ ਵਰਡ ਮੂਵੀਅਰ ਇਜ਼ ਐਸੋਸੀਏਟਡ ਵਿਦ। ਮੂਵੀਅਰ ਵਰਡ ਹੈ ਜਿਹੜਾ, ਜਾਂ ਮੂਵਰ ਕਹਿ ਸਕਦੇ ਆ, ਮੂਵਰ ਵਰਡ ਹੈ ਜਿਹੜਾ ਉਹ ਕਿਹਦੇ ਨਾਲ ਐਸੋਸੀਏਟ ਕਰਦਾ? ਡਾਇਰੈਕਟਲੀ ਇਹ ਵਰਡ ਰਿਲੇਟ ਕਰਦਾ ਮੋਟੀਵੇਸ਼ਨ ਦੇ ਨਾਲ, ਤਾਂ ਮੋਟੀਵੇਸ਼ਨ ਸ਼ਬਦ ਹੈ ਜਿਹੜਾ ਉਹ ਲਿਆ ਹੀ ਮੂਵਰ ਤੋਂ ਗਿਆ ਹੈ, ਪਰ ਇਹਦੇ ਵਿੱਚ ਇਕੱਲੇ ਦੀ ਜਿਹੜੀ ਆਪਸ਼ਨ ਹੈ ਉਹ ਨਹੀਂ ਦਿੱਤੀ ਗਈ। ਤਾਂ ਫਿਰ ਜਿਹੜਾ ਇਹ ਆ ਮੋਟੀਵੇਸ਼ਨ ਸ਼ਬਦ ਇੱਥੇ ਮੇਰਾ ਖਿਆਲ ਹੈ ਸਾਰਿਆਂ ਲਈ ਹੀ ਯੂਜ਼ ਕੀਤਾ ਜਾ ਸਕਦਾ ਹੈ। ਅਰਾਊਜ਼ਿੰਗ ਐਕਸ਼ਨ, ਜਦੋਂ ਤੁਸੀਂ ਕੋਈ ਐਕਸ਼ਨ ਕਰ ਰਹੇ ਹੋ ਇਟ ਮੀਨਸ ਆਪਣੇ ਆਪ ਨੂੰ ਮੂਵ ਕਰ ਰਹੇ ਹੋ। ਅਗਰੈਸ਼ਨ, ਜਦੋਂ ਤੁਸੀਂ ਅਗਰੈਸਿਵ ਹੋ ਰਹੇ ਹੋ ਉਦੋਂ ਵੀ ਕੋਈ ਨਾ ਕੋਈ ਹਰਕਤ ਕਰੋਗੇ। ਤਾਂ ਆਈ ਥਿੰਕ ਕਿ ਆਲ ਆਫ ਦਾ ਅਬਵ ਹੈ ਜਿਹੜਾ ਇਹਦਾ ਆਨਸਰ ਆਉਣਾ ਚਾਹੀਦਾ, ਫਸਟ, ਸੈਕਿੰਡ ਐਂਡ ਥਰਡ ਰਾਈਟ ਆਨਸਰ ਹੋਏਗਾ। ਬਾਕੀ ਕ੍ਰੋਸ ਚੈੱਕ ਵੀ ਇਸਨੂੰ ਇੱਕ ਵਾਰ ਕਰ ਲਿਓ। ਨੈਕਸਟ ਕੁਐਸਚਨ ਹੈ ਦਾ ਟਾਰਗੇਟ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ ਇਜ਼। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਟਾਰਗੇਟ ਕੀ ਹੈ? ਹੈਲਥ ਫॉर ਆਲ, ਸਪੋਰਟਸ ਫॉर ਆਲ, ਫਿਟਨੈਸ ਫॉर ਆਲ, ਔਰ ਡੀ ਬੋਥ ਏ ਐਂਡ ਬੀ। ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਪ੍ਰਾਈਮ ਏਮ ਹੈ ਉਹ ਹੈਗਾ ਹੈਲਥ ਫॉर ਆਲ। ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਏ। ਨੈਕਸਟ ਕੁਐਸਚਨ ਹੈਗਾ ਜੀ ਦਾ ਰਿਚੈਸਟ ਪੋਜੈਸ਼ਨ ਆਫ ਹਿਊਮਨ ਬੀਇੰਗਸ ਵਿਚ ਕੈਨ ਨਾਟ ਬੀ ਪਰਚੇਜ਼ਡ। ਤਾਂ ਕਿਸੇ ਵਿਅਕਤੀ ਦਾ ਸਭ ਤੋਂ ਅਮੀਰ ਚੀਜ਼ ਕੀ ਹੈ ਜਿਹੜੀ ਕਿ ਦੂਸਰਾ ਬੰਦਾ ਉਹ ਖਰੀਦ ਨਹੀਂ ਸਕਦਾ? ਫਿਜ਼ੀਕਲ ਫਿਟਨੈਸ, ਬੈਲੈਂਸ, ਫਿਜ਼ੀਕਲ ਫਿਟਨੈਸ ਐਂਡ ਬੈਲੈਂਸ ਔਰ ਲਾਈਫ ਸਟਾਈਲ। ਇਹਦਾ ਰਾਈਟ ਆਨਸਰ ਹੋਣਾ ਚਾਹੀਦਾ ਆਪਸ਼ਨ ਸੀ, ਫਿਜ਼ੀਕਲ ਫਿਟਨੈਸ ਐਂਡ ਵੈਲਨੈਸ। ਨੈਕਸਟ ਕੁਐਸਚਨ ਹੈਗਾ ਜੀ ਦ ਕੋਗਨੈਟਿਵ ਇੰਟਰਵੈਂਸ਼ਨ ਸਟ੍ਰੈਟਜੀ ਟੂ ਇੰਪਰੂਵ ਪਰਫਾਰਮੈਂਸ ਡਜ਼ ਨਾਟ ਇਨਕਲੂਡ। ਤਾਂ ਇਹ ਕੀ ਹੈ ਦਿੱਤਾ ਕਿ ਕੋਗਨੈਟਿਵ ਇੰਟਰਵੈਂਸ਼ਨ ਸਟ੍ਰੈਟਜੀ ਨੇ ਜਿਹੜੀਆਂ ਬੇਸਿਕਲੀ ਸੌਖੇ ਸ਼ਬਦਾਂ 'ਚ ਕਹਿ ਸਕਦੇ ਹਾਂ ਅਸੀਂ ਜਿਹੜੀਆਂ ਮਨੋਵਿਗਿਆਨਿਕ ਇੰਟਰਵੈਂਸ਼ਨਸ ਨੇ ਜਾਂ ਮਨੋਵਿਗਿਆਨਿਕ ਵਿਧੀਆਂ ਨੇ ਕਿਸੇ ਦੀ ਪਰਫਾਰਮੈਂਸ ਵਧਾਉਣ ਦੀਆਂ, ਉਹਨਾਂ ਦੇ ਵਿੱਚ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਇਨਵੋਲਵ ਨਹੀਂ ਹੈਗਾ? ਆਟੋਜੈਨਿਕ ਟ੍ਰੇਨਿੰਗ, ਸੈਲਫ ਟਾਕ, ਮੈਂਟਲ ਰਿਹਰਸਲ, ਇਮੈਜਰੀ ਟ੍ਰੇਨਿੰਗ। ਤਾਂ ਆਟੋਜੈਨਿਕ ਟ੍ਰੇਨਿੰਗ ਹੈ ਜਿਹੜੀ ਇਹ ਵੀ ਸਾਈਕੋਲੋਜੀਕਲ ਮੈਥਡ ਹੈ। ਮੈਂਟਲ ਰਿਹਰਸਲ ਹੈ ਜਿਹੜਾ ਇਹ ਵੀ ਇੱਕ ਕੋਗਨੈਟਿਵ ਇੰਟਰਵੈਂਸ਼ਨ ਹੈ। ਇਮੈਜਰੀ ਟ੍ਰੇਨਿੰਗ ਵੀ ਇੱਕ ਕੋਗਨੈਟਿਵ ਇੰਟਰਵੈਂਸ਼ਨ ਹੈ। ਤਾਂ ਸੈਲਫ ਟਾਕ ਹੈ ਜਿਹੜੀ ਇਹ ਇੱਕ ਕੋਗਨੈਟਿਵ ਇੰਟਰਵੈਂਸ਼ਨ ਨਹੀਂ ਹੈ ਤਾਂ ਵੈਸੇ ਇਹ ਵੀ ਸਾਈਕੋਲੋਜੀਕਲ ਫੈਕਟਰੀ ਸੈਲਫ ਟਾਕ ਕਰਨਾ ਵੀ, ਬਟ ਕੋਗਨੈਟਿਵ ਇੰਟਰਵੈਂਸ਼ਨਸ ਨਹੀਂ ਹੈਗੀ ਇਹ। ਤਾਂ ਇਹਨਾਂ ਦੇ ਜਿਹੜੀਆਂ ਤਿੰਨ ਨੇ ਉਹ ਕੋਗਨੈਟਿਵ ਇੰਟਰਵੈਂਸ਼ਨਸ ਨੇ, ਆਟੋਜੈਨਿਕ, ਮੈਂਟਲ ਰਿਹਰਸਲ ਐਂਡ ਇਮੈਜਰੀ ਟ੍ਰੇਨਿੰਗ। ਤਾਂ ਇਹਦਾ ਆਨਸਰ ਆਏਗਾ ਆਪਸ਼ਨ ਬੀ, ਸੈਲਫ ਟਾਕ। ਨੈਕਸਟ ਕੁਐਸਚਨ ਹੈ ਸੌਖਾ ਈਜ਼ੀ ਕੁਐਸਚਨ ਹੈ ਟ੍ਰਾਂਸਫਰ ਆਫ ਟ੍ਰੇਨਿੰਗ। ਟ੍ਰਾਂਸਫਰ ਆਫ ਟ੍ਰੇਨਿੰਗ ਕੀ ਹੁੰਦਾ? ਜਦੋਂ ਅਸੀਂ
ਜਿਹੜੀ ਲਰਨਿੰਗ ਹੈ ਉਹਨੂੰ ਇੱਕ ਸਿਚੁਏਸ਼ਨ ਤੋਂ ਦੂਸਰੀ ਸਿਚੁਏਸ਼ਨ ਦੇ ਵਿੱਚ ਯੂਜ਼ ਕਰਦੇ ਹਾਂ, ਉਸਨੂੰ ਅਸੀਂ ਬੋਲਦੇ ਹਾਂ ਟ੍ਰਾਂਸਫਰ ਆਫ ਟ੍ਰੇਨਿੰਗ। ਤਾਂ ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਡੀ। ਨੈਕਸਟ ਕੁਐਸਚਨ ਹੈਗਾ ਜੀ, ਦਾ ਅਦਰ ਨੇਮ ਆਫ ਪੈਵਲੋਵੀਅਨ ਕੰਡੀਸ਼ਨਿੰਗ ਇਜ਼। ਤਾਂ ਇਵਾਨ ਪੈਵਲੋਵ ਹੈ ਜਿਹੜਾ, ਉਹਨੂੰ ਅਸੀਂ ਸਾਰੇ ਜਾਣਦੇ ਹਾਂ, ਰਸ਼ੀਆ ਦੇ ਸੀਗੇ। ਤਾਂ ਇੱਕ ਵੱਡੀ ਗੱਲ ਕਿ ਇਹ ਹੈਗੇ ਫਿਜ਼ੀਓਲੋਜਿਸਟ ਸੀ, ਪਰ ਇਹ ਪੜ੍ਹੇ ਸਾਈਕੋਲੋਜੀ ਦੇ ਵਿੱਚ ਜਾਂਦੇ ਨੇ ਅਤੇ ਆਪਣੇ ਆਪ ਨੂੰ ਕਹਿੰਦੇ ਵੀ ਸੀਗੇ ਕਿ ਮੈਨੂੰ ਫਿਜ਼ੀਓਲੋਜਿਸਟ ਹੀ ਆਖਿਆ ਜਾਵੇ, ਨਾ ਕਿ ਸਾਈਕੋਲੋਜਿਸਟ। ਤਾਂ ਇਹਨਾਂ ਨੇ ਜਿਹੜੀ ਥਿਊਰੀ ਦਿੱਤੀ ਸੀ ਤਾਂ ਉਹ ਹੈਗੀ ਸੀ ਕਲਾਸੀਕਲ ਕੰਡੀਸ਼ਨਿੰਗ। ਤਾਂ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਬੀ, ਨੀਚੇ ਲਿਖਿਆ ਗਿਆ ਕਲਾਸੀਕਲ ਕੰਡੀਸ਼ਨਿੰਗ। ਓਪਰੈਂਟ ਕੰਡੀਸ਼ਨਿੰਗ ਹੈ ਜਿਹੜੀ, ਇਹ BF ਸਕਿਨਰ ਨੇ ਦਿੱਤੀ ਸੀ, ਜਿਹੜੀ ਕਿ ਉਹਨਾਂ ਨੇ ਥੋਰਨਡਾਈਕ ਦੀ ਥਿਊਰੀ ਤੋਂ ਡਿਵੈਲਪ ਕੀਤੀ ਸੀ ਓਪਰੈਂਟ ਕੰਡੀਸ਼ਨਿੰਗ। ਨੈਕਸਟ ਕੁਐਸਚਨ ਹੈਗਾ ਸਾਡਾ, ਲੋਡ ਹੈਜ਼ ਅ ਕੰਪਲੈਕਸ ਇਫੈਕਟ ਔਨ ਦਾ ਪਰਫਾਰਮੈਂਸ ਆਫ। ਲੋਡ ਦਾ ਕੰਪਲੈਕਸ ਇਫੈਕਟ ਕੀ ਹੈ? ਤਾਂ ਇਹਦਾ ਜਿਹੜਾ ਕੰਪਲੈਕਸ ਇਫੈਕਟ ਲੋਡ ਹੈ, ਨਾਰਮਲੀ ਜਿਹੜੇ ਜੇਕਰ ਅਸੀਂ ਇਹਦੇ 'ਚ ਦੇਖੀਏ ਯੰਗ ਚਿਲਡਰਨ ਨੇ, ਐਡੋਲੋਸੈਂਟ ਨੇ ਐਂਡ ਅਡਲਟ ਨੇ, ਤਾਂ ਲੋਡ ਦਾ ਕੰਪਲੈਕਸ ਇਫੈਕਟ ਮੇਰਾ ਖਿਆਲ ਹੈ ਕਿ ਐਲੀਟ ਐਥਲੀਟਸ ਦੇ ਉੱਪਰ ਹੋਣਾ ਚਾਹੀਦਾ, ਕਿਉਂਕਿ ਐਲੀਟ ਐਥਲੀਟਸ ਨੇ ਜਿਹੜੇ, ਕੰਪਲੈਕਸ ਮੀਨਸ ਗੁੰਝਲਦਾਰ ਹੈ ਨਾ, ਐਲੀਟ ਐਥਲੀਟਸ ਦੇ ਉੱਪਰ ਜਿਹੜਾ ਲੋਡ ਦੇਣਾ ਸੀ ਇਹਨਾਂ ਨੂੰ, ਕਿਉਂਕਿ ਉਹ ਐਲੀਟ ਹੀ ਤਾਂ ਨੇ, ਕਿਉਂਕਿ ਜਿੰਨਾ ਲੋਡ ਉਹਨਾਂ ਨੂੰ ਦੇਣਾ ਸੀ ਅਸੀਂ ਉਹਨਾਂ ਨੂੰ ਦੇ ਚੁੱਕੇ ਹਾਂ। ਤਾਂ ਮੇਰਾ ਖਿਆਲ ਹੈ ਵੀ ਇਹ ਰਾਈਟ ਆਨਸਰ ਹੈ ਜਿਹੜਾ ਇਹਦਾ ਸੀ ਹੋਣਾ ਚਾਹੀਦਾ, ਐਲੀਟ ਐਥਲੀਟਸ। ਬਾਕੀ ਇੱਕ ਵਾਰ ਕ੍ਰੋਸ ਚੈੱਕ ਹੈ ਜਿਹੜਾ ਇਹਨੂੰ ਕਰ ਲਿਓ। ਨੈਕਸਟ ਕੁਐਸਚਨ ਸਾਡਾ ਹੈਗਾ, ਦਾ ਫਸਟ ਸਟੈਪ ਇਨ ਦਾ ਟ੍ਰੀਟਮੈਂਟ ਆਫ ਸਪੋਰਟਸ ਇੰਜਰੀ। ਜੇਕਰ ਸਾਡੇ ਕਿਸੇ ਦੇ ਸੱਟ ਲੱਗਦੀ ਹੈ ਤਾਂ ਉਹਦਾ ਪਹਿਲਾ ਜਿਹੜਾ ਮੈਥਡ ਆ ਉਹ ਕੀ ਹੈ, ਕਿਹੜੀ ਥੈਰੇਪੀ ਹੈ ਜਿਹੜੀ ਅਸੀਂ ਉਹਨਾਂ ਨੂੰ ਦੇਵਾਂਗੇ? ਤਾਂ ਸਿੰਪਲ ਤੁਸੀਂ ਰਾਈਸ ਯਾਦ ਰੱਖੋ ਇਹਦੇ ਵਿੱਚ। ਰੈਸਟ ਤੋਂ ਬਾਅਦ ਜਿਹੜੀ ਪਹਿਲੀ ਚੀਜ਼ ਯੂਜ਼ ਕਰਦੇ ਹਾਂ ਅਸੀਂ ਆਈਸ ਯੂਜ਼ ਕਰਦੇ ਹਾਂ। ਤਾਂ ਆਈਸ ਦਾ ਜਿਹੜਾ ਦੂਸਰਾ ਨਾਮ ਉਹ ਹੈਗਾ ਕ੍ਰਾਇਓਥੈਰੇਪੀ। ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ ਏ, ਕ੍ਰਾਇਓਥੈਰੇਪੀ। ਇਹਨਾਂ ਤੋਂ ਬਿਨਾਂ ਦੇਖ ਲਓ ਇਲੈਕਟ੍ਰੋਥੈਰੇਪੀ, ਜੇਕਰ ਅਸੀਂ ਇਲੈਕਟ੍ਰੀਸਿਟੀ ਯੂਜ਼ ਕਰਦੇ ਹਾਂ ਸਾਡੀ ਸੱਟ ਨੂੰ ਠੀਕ ਕਰਨ ਦੇ ਲਈ। ਹਾਈਡਰੋਥੈਰੇਪੀ ਜੇਕਰ ਪਾਣੀ ਯੂਜ਼ ਕਰਦੇ ਹਾਂ ਗਰਮ ਜਾਂ ਠੰਡਾ। ਥਰਮੋਥੈਰੇਪੀ ਜੇਕਰ ਤੁਸੀਂ ਹੀਟ ਯੂਜ਼ ਕਰ ਰਹੇ ਹਾਂ ਕਿਸੇ ਤਰੀਕੇ ਦੇ ਨਾਲ। ਨੈਕਸਟ ਕੁਐਸਚਨ ਹੈਗਾ ਜੀ, ਵਿਚ ਵਨ ਆਫ ਦ ਫੋਲੋਇੰਗ ਇਜ਼ ਮੈਨ ਮੇਡ ਹੈਲਥ ਹੈਜ਼ਰਡ। ਕਿਹੜੀ, ਸੌਖੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਕਿਹੜੀ ਵਿਪਤਾ ਹੈ ਜਿਹੜੀ ਬੰਦੇ ਨੇ ਆਪਣੇ ਆਪ ਸਹੇੜੀ ਹੈ? ਰੇਡੀਓ ਐਕਟਿਵ ਰੇਡੀਏਸ਼ਨਸ, ਫੋਰੈਸਟ ਫਾਇਰ, ਲੈਂਡਸਲਾਈਡ, ਸਾਈਕਲੋਨਸ। ਤਾਂ ਕੁਦਰਤੀ ਆਫਤਾਂ ਦੇ ਵਿੱਚ ਸਾਈਕਲੋਨ ਵੀ ਕੁਦਰਤੀ ਨੇ, ਲੈਂਡਸਲਾਈਡਸ ਅਤੇ ਫੋਰੈਸਟ ਫਾਇਰ ਵੀ ਕੁਦਰਤੀ ਨੇ। ਤਾਂ ਮੈਨ ਮੇਡ ਹੈਲਥ ਹੈਜ਼ਾਰਡ ਹੈ ਜਿਹੜਾ ਇਹਦੇ 'ਚੋਂ ਹੈਗਾ ਜੀ ਰੇਡੀਓ ਐਕਟਿਵ ਰੇਡੀਏਸ਼ਨ। ਰੇਡੀਓ ਐਕਟਿਵ ਰੇਡੀਏਸ਼ਨ ਦੀ ਜਿਹੜੀ ਖੋਜ ਹੋਈ ਸੀ ਇਹ ਵੀ ਇੱਕ ਬੜੀ ਸ਼ਾਨਦਾਰ ਕਹਾਣੀ ਹੈ। ਇੱਕ ਪ੍ਰੋਫੈਸਰ ਸੀਗੇ, ਤਾਂ ਉਹ ਰੇਡੀਅਮ ਦਾ ਇੱਕ ਜਿਹੜਾ ਟੁਕੜਾ ਹੈ ਉਹ ਆਪਣੇ ਬੱਚਿਆਂ ਨੂੰ ਦਿਖਾਉਣ ਵਾਸਤੇ ਲੈ ਕੇ ਗਏ। ਤਾਂ ਉਹ ਕਾਲਜ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਦਿਖਾਉਣ ਤੋਂ ਬਾਅਦ ਕਿ ਰੇਡੀਅਮ ਹੈ ਜਿਹੜਾ ਚਮਕਦਾ ਕਿਵੇਂ ਆ, ਦਿਖਾਉਣ ਤੋਂ ਬਾਅਦ ਆਪਣੀ ਪੈਂਟ ਦੀ ਜੇਬ ਦੇ ਵਿੱਚੋਂ ਰੱਖ ਲੈਂਦੇ ਨੇ। ਉਸ ਤੋਂ ਬਾਅਦ ਉਹਨੂੰ ਕੱਢਣਾ ਭੁੱਲ ਜਾਂਦੇ ਨੇ। ਤਾਂ ਉਹ ਲਗਾਤਾਰ ਜਦੋਂ ਪੈਂਟ ਯੂਜ਼ ਕਰਦੇ ਰਹਿੰਦੇ ਨੇ ਤਾਂ ਜੇਬ ਦੀ ਜਿਹੜੀ ਜਗ੍ਹਾ 'ਤੇ ਉਹ ਪਿਆ ਹੁੰਦਾ, ਤਾਂ ਦੇਖਦੇ ਨੇ ਇੱਕ ਦਿਨ ਉਹ ਪੈਂਟ ਉਤਾਰਨ ਤੋਂ ਬਾਅਦ ਕਿ ਉਹਨਾਂ ਦੇ ਉਸੇ ਟੋਕੜੇ ਦੇ ਆਕਾਰ ਦਾ ਉਹਨਾਂ ਦੀ ਚਮੜੀ ਦੇ ਉੱਪਰ ਨਿਸ਼ਾਨ ਪੈ ਜਾਂਦਾ। ਤਾਂ ਉਹ ਉਹਦੇ ਨਾਲ ਰਿਲੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਫਿਰ ਉਹ ਸਮਝਦੇ ਨੇ ਕਿ ਇਸ ਟੋਕੜੇ ਦੇ ਵਿੱਚ ਟੋਕੜਾ ਜਿਹੜਾ ਇਹ ਕੋਈ ਕਿਸੇ ਤਰ੍ਹਾਂ ਦੀ ਰੇਡੀਏਸ਼ਨ ਵੀ ਛੱਡਦਾ, ਤਾਂ ਇਸ ਦੇ ਰੇਡੀਏਸ਼ਨ ਛੱਡਣ ਦੇ ਨੁਕਸਾਨ ਨੇ ਜਿਹੜੇ ਉਹ ਵੀ ਹੋ ਸਕਦੇ ਨੇ। ਤਾਂ ਉਸ ਤੋਂ ਬਾਅਦ ਰੇਡੀਏਸ਼ਨ ਦੇ ਉੱਪਰ ਸਟੱਡੀ ਹੋਈ ਕਿ ਇਹਦੇ ਮਨੁੱਖੀ ਸਿਹਤ ਦੇ ਉੱਪਰ ਬੁਰੇ ਪ੍ਰਭਾਵ ਕੀ ਨੇ। ਨੈਕਸਟ ਕੁਐਸਚਨ ਹੈ ਜੀ, ਮੈਕਡੋਨਾਲਡ ਟੈਸਟ ਹੈ ਜਿਹੜਾ ਇਹ ਯੂਜ਼ ਕੀਤਾ ਜਾਂਦਾ ਕਾਹਦੇ ਲਈ? ਪਹਿਲਾਂ ਵੀ ਕੁਐਸਚਨ ਇਹ ਆ ਗਿਆ, ਸ਼ੌਕਰ ਟੈਸਟ ਦੇ ਲਈ ਯੂਜ਼ ਕੀਤਾ ਜਾਂਦਾ। ਇਹ ਮੇਰਾ ਖਿਆਲ ਹੈ 30 ਸੈਕਿੰਡ ਦਾ ਟੈਸਟ ਹੁੰਦਾ। ਤਾਂ ਇਹਦੇ ਵਿੱਚ ਕੰਧ ਦੇ ਉੱਪਰ ਹੈ ਜਿਹੜਾ ਉਹ ਅਪਰੋਕਸੀਮੇਟਲੀ ਗੋਲ ਪੋਸਟ ਸਾਈਜ਼ ਹੈ ਜਿਹੜਾ ਡਰੋ ਕਰ ਦਿੱਤਾ ਜਾਂਦਾ ਅਤੇ ਤੁਸੀਂ ਨੇ ਕਿਕਸ ਮਾਰਨੀਆਂ ਹੁੰਦੀਆਂ ਨੇ, ਐਕੂਰੇਟ ਕਿਕਸ ਨੇ ਜਿਹੜੀਆਂ ਉਹ ਚੈੱਕ ਕੀਤੀਆਂ ਜਾਂਦੀਆਂ ਨੇ। ਨੈਕਸਟ ਕੁਐਸਚਨ ਹੈਗਾ, ਫਰੈਂਚ ਸ਼ਾਰਟ ਸਰਵਿਸ ਹੈ ਜਿਹੜਾ ਇਹ ਟੈਸਟ ਕਾਹਦੇ ਲਈ ਯੂਜ਼ ਕੀਤਾ ਜਾਂਦਾ? ਇਹ ਯੂਜ਼ ਕੀਤਾ ਜਾਂਦਾ ਜੀ ਬੈਡਮਿੰਟਨ ਦੇ ਵਿੱਚ। ਫਰੈਂਚ ਸ਼ਾਰਟ ਸਰਵਿਸ ਟੈਸਟ ਵੀ ਹੈ ਐਜ਼ ਵੈਲ ਐਜ਼ ਫਰੈਂਚ ਲੌਂਗ ਸਰਵਿਸ ਟੈਸਟ ਵੀ ਹੈ। ਨੈਕਸਟ ਕੁਐਸਚਨ ਹੈ, ਦਾ ਮੋਸਟ ਇਫੈਕਟਿਵ ਮੈਥਡ ਆਫ ਟੀਚਿੰਗ ਫਿਜ਼ੀਕਲ ਐਜੂਕੇਸ਼ਨ ਸਕਿੱਲ। ਫਿਜ਼ੀਕਲ ਐਜੂਕੇਸ਼ਨ ਸਕਿੱਲਸ ਦਾ ਮੋਸਟ ਇਫੈਕਟਿਵ ਮੈਥਡ ਕਿਹੜਾ? ਤਾਂ ਇਮੀਟੇਸ਼ਨ, ਟਰਾਇਲ ਐਂਡ ਐਰਰ, ਡੈਮੋਨਸਟ੍ਰੇਸ਼ਨ ਔਰ ਮਿਰਰ ਮੈਥਡ। ਤਾਂ ਇਹ ਤਾਂ ਅਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਵੀ ਅਸੀਂ ਕਿਸੇ ਨੂੰ ਫਿਜ਼ੀਕਲ ਐਜੂਕੇਸ਼ਨ ਸਿਖਾਉਣੀ ਹੈ, ਜੇ ਤੁਸੀਂ ਲੈਸਨ ਪਲਾਨ ਹੀ ਲੈਂਦੇ ਹੋ ਜਦੋਂ, ਤਾਂ ਅਸੀਂ ਸਭ ਤੋਂ ਪਹਿਲਾਂ ਡੈਮੋਨਸਟ੍ਰੇਸ਼ਨਸ ਦਿੰਦੇ ਹਾਂ। ਤਾਂ ਇਹਦਾ ਰਾਈਟ ਆਨਸਰ ਹੋਏਗਾ ਆਪਸ਼ਨ ਸੀ। ਅਗਲਾ ਕੁਐਸਚਨ ਸਾਡਾ ਹੈਗਾ ਜੀ, ਇਫ ਸਟੂਡੈਂਟ ਕਮਿਟਸ
ਮਿਸਟੇਕ ਟੀਚਰ ਸ਼ੁੱਡ, ਤਾਂ ਇੱਕ ਤਰ੍ਹਾਂ ਦਾ CDP ਦਾ ਕੁਐਸਚਨ ਹੈ, ਪੈਡਾਗੋਜੀ ਦਾ ਕੁਐਸਚਨ ਹੈ ਕਿ ਜੇਕਰ ਇੱਕ ਬੱਚਾ ਜਿਹੜਾ ਉਹ ਮਿਸਟੇਕ ਕਰਦਾ ਤਾਂ ਕੀ ਕਰਨਾ ਚਾਹੀਦਾ ਹੈ, ਰੀਪਰੀਮੈਂਡ ਕਰਨਾ ਚਾਹੀਦਾ ਹੈ, ਪਨਿਸ਼ ਕਰਨਾ ਚਾਹੀਦਾ ਹੈ, ਕੰਪਲੇਂਟ ਕਰਨੀ ਚਾਹੀਦੀ ਹੈ ਤੇ ਜਾਂ ਫਿਰ ਗਾਈਡ ਐਂਡ ਕਾਉਂਸਲ ਕਰਨਾ ਚਾਹੀਦਾ। ਤਾਂ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਡੀ, ਬੱਚੇ ਨੂੰ ਅਸੀਂ ਗਾਈਡ ਕਰਾਂਗੇ ਤੇ ਉਹਦੀ ਕਾਉਂਸਲਿੰਗ ਕਰਾਂਗੇ। ਤਾਂ ਅੱਜ ਦੇ ਲਈ ਅਸੀਂ ਪਹਿਲਾ ਪੇਪਰ ਹੈ ਜਿਹੜਾ ਇਹ ਸੋਲਵ ਕੀਤਾ ਸੀਗਾ। ਤਾਂ ਸਾਡਾ ਇਹ ਜਿਹੜੀ ਫਸਟ ਸੀਰੀਜ਼ ਸੀ ਇਹ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਤਾਂ ਕਿ ਅਸੀਂ ਅਗਲੀ ਸੀਰੀਜ਼ ਹੈ ਜਿਹੜੀ ਉਹ ਵੀ ਜਲਦੀ ਹੀ ਤਿਆਰ ਕਰ ਦਈਏ। ਧੰਨਵਾਦ।